नाना एह बाणी जो जियों जाने तिस अंतर रवै हर नामा बाणी गुरु गुरु है बाणी विच बाणी अमृत सारे गुर बाणी कहे सेवक जन मानै पर तख गुरु निस्तारै बाणी बिरलो विचार सी जे को गुरमुख होए एह बाणी महापुरख की निज घर वासा होए बैरों महला पहला नैनी दृष्ट नहीं पनहीना जर जीतिया सिर कालो रूप रंग रहस नहीं साचा क्यों छोड़ जम जालो प्राणी हर जप जन्म गयो साच शब्द बिन कबो ना छूटस बिरता जन्म पयो रहाओ तन में काम क्रोध हाँ ममता कठन पीर अत भारी गुरमुख राम जपो रस रसना इन बिद तर तू तारी बहरे करण अकल भई हो छीन शब्द सहज नहीं बूझिया जन्म पदार्थ मन मुख हारिया बिन गुर अंध न सूझिया रहे उदास आस निराशा सहज ध्यान
प्रणवत नानक गुरमुख छूटस राम नाम लिव लागी रहे उदास आस निराश सहज ध्यान बैरागी प्रणवत नानक गुरमुख छूटस राम नाम लिव लागी। वाहिगुरु जी का खालसा वाहिगुरु जी की फतेह। इस पावन शब्द दी विचार भाई निर्मल सिंह जी धूड़कोट आप जी नूं सरवण करवाउणगे। इस महीने की संग्रांद 15 तरीक नूं है। 5वें पातशाह गुरु अर्जन देव महाराज जी का शहीदी गुरपुरब ऐतवार 17 तरीक नूं है। 6वें पातशाह बूटी वास्ते दिल्ली कमेटी ने 2 यतन किए हैं। एक फ्री एजुकेशन एक फ्री मेडिकल। 8वें पातशाह गुरु हरकृष्ण साहब महाराज जी के पवित्र नाम तो 2 ट्रस्ट बनाए हैं। आप जी इन्हां दे राही अपना दसवंध भेज के अपनी सेवा सफल कर सकते हो। वाहिगुरु जी का खालसा वाहिगुरु जी की फतेह। एक मन पुरख ध्याए बरदाता संत सहार सदा बखियाता तास चरण लै हृदय बसावो ताओ परम गुरु नानक गुण गावो गावो परम गुरु सुख सागर दुरत निवारण शब्द सरे गावै गंभीर धीर मत सागर जोगी जंगम ध्यान तरे गावह इंद्राद भगत प्रहलादक आत्म रस जन जाने कब कल सो जस गावो गुरु नानक राज जोग जन माने तेरे गुण बहुते मैं एक न जाने मैं मूर्ख किश दीजै प्रणवत नानक सुन मेरे साहेबा डुबदा पत्थर लीजै प्रणवत नानक
ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ। ਸਰਵਰੇ ਕਾਇਨਾਤ ਮੁਜਸਮਾ ਆਬੇ ਹਯਾਤ ਵਾਲੀਏ ਕੁਲ ਆਲਮ ਮਨੁੱਖਤਾ ਦੇ ਸਾਂਝੇ ਰਹਿਬਰ ਜੁਗੋ ਜੋਗੇ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ 8ਵੇਂ ਗੁਰਦੇਵ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਨਿੱਘੀ ਗੋਦ ਅੰਦਰ ਅਤੇ ਮੀਡੀਏ ਰਾਹੀਂ ਦੇਸ਼ਾਂ ਵਿਦੇਸ਼ਾਂ ਅੰਦਰ ਗੁਰੂ ਸ਼ਬਦ ਨਾਲ ਜੁੜਨ ਦਾ ਯਤਨ ਕਰ ਰਹੇ ਸਤਿਸੰਗੀ ਪਿਆਰਿਓ, ਕਰੋ ਕਿਰਪਾਲਤਾ ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ। ਸਤਿਗੁਰੂ ਜੀ ਆਪ ਮਿਹਰਮਤ ਬਖਸ਼ਿਸ਼ ਦਾ ਹੱਥ ਸਿਰ ਤੇ ਰੱਖ ਕੇ ਵਿਚਾਰ ਕਰਵਾਉਣ, ਭਾਵਨਾ ਪਿਆਰ ਸ਼ਰਧਾ ਤੇ ਸਤਿਕਾਰ ਦੇ ਘਰ ਵਿੱਚ ਆਓ, ਅਸੀਸ ਬਖਸ਼ੋ ਜੀ। ਦੋਨੋਂ ਹੱਥ ਜੋੜ ਅਦਬ ਸਹਿਤ ਗੁਰੂ ਬਖਸ਼ੀ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਰਕੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਤਹਿਤ ਭੈਰੋ ਰਾਗ ਦੀ ਆਰੰਭਤਾ ਤੋਂ ਬਾਅਦ ਭੈਰੋ ਰਾਗ ਦਾ ਤੀਸਰਾ ਸ਼ਬਦ ਗੁਰੂ ਪਿਆਰੇ ਸਿੰਘ ਸਾਹਿਬ ਜੀਆਂ ਦੀ ਮੁਬਾਰਕ ਰਸਨਾ ਤੋਂ ਆਪ ਜੀ ਨੇ ਸ਼ਰਵਣ ਕੀਤਾ ਹੈ। ਇਹ ਰਾਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ 24ਵਾਂ ਰਾਗ ਹੈ। ਇਸ ਨੂੰ ਗਾਉਣ ਦਾ ਟਾਈਮ ਪ੍ਰਭਾਤ ਵੇਲਾ ਅੰਮ੍ਰਿਤ ਵੇਲਾ ਹੈ। 1125 ਅੰਗ ਤੋਂ ਲੈ ਕੇ 1167 ਅੰਗ ਤੱਕ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਬਾਰਕ ਦਮਦਮੀ ਬੀੜ ਉੱਪਰ ਸ਼ਸ਼ੋਭਤ ਹੈ। ਸਾਹਿਬ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਸ ਪਾਸੇ ਨੂੰ ਛੱਡ ਕੇ ਸ਼ਬਦ ਦੀ ਆਧਾਰ ਦੀ ਪੰਕਤੀ ਨੂੰ ਬੇਨਤੀ ਕਰਾਂ, ਕਿਉਂਕਿ ਇਹ ਵੀ ਵਿਸ਼ਾ ਗੁਰਮਤਿ ਦਾ ਸਮਝਣ ਵਾਲਾ ਧਿਆਨ ਦਿਆ ਜੇ ਵੀ ਜਦੋਂ ਰਾਗਾਂ ਦਾ ਕਰਮ ਅੰਕ ਆਉਂਦਾ ਤੇ ਸ਼੍ਰੀ ਰਾਗ ਨੂੰ ਪਹਿਲਾਂ ਰੱਖਿਆ। ਜਦੋਂ ਰਾਗਮਾਲਾ ਪੜ੍ਹੋਗੇ ਤੇ ਪ੍ਰਥਮ ਰਾਗ ਭੈਰੋ ਦੀ ਗੱਲ ਹੈ, ਭੈਰਵ ਦੀ ਗੱਲ ਹੈ। ਦੋਹਾਂ ਦਾ ਬੜਾ ਸੁਮੇਲ ਹੈ, ਵੈਸੇ ਬਹੁਤੀ ਵਿਸਤਾਰ ਨਹੀਂ ਆਪਾਂ ਕਰਨੀ। ਸ਼੍ਰੀ ਰਾਗ ਸ਼ਾਂਤੀ ਦਾ ਤੇ ਅੱਧੀ ਰਾਤ ਦਾ ਰਾਗ ਹੈ, ਭੈਰੋ ਰਾਗ ਅੰਮ੍ਰਿਤ ਵੇਲੇ ਦਾ ਰਾਗ ਹੈ। ਦੋਹਾਂ ਦੀ ਜ਼ਿੰਦਗੀ ਵਿੱਚ ਆਰੰਭਤਾ ਦੀ ਲੋੜ ਹੈ। ਗੁਰੂ ਅੱਧੀ ਰਾਤ ਦੇ ਹਨੇਰੇ ਚੋਂ ਕੱਢ ਕੇ ਜਿਹੜਾ 30ਵਾਂ ਰਾਗ ਪ੍ਰਭਾਤੀ ਹੈ ਉਹਦੇ ਵੱਲ ਲਿਜਾਂਦਾ। ਪ੍ਰਭਾਤ ਦਾ ਮਤਲਬ ਹੈ ਪਉ ਫੁਟਾਲਾ, ਜਦੋਂ ਰੌਸ਼ਨੀ ਹੁੰਦੀ। ਜੇ ਤੂੰ ਗੁਰੂ ਨਾਲ ਜੁੜ ਜਾਏ ਤੇ ਗੁਰੂ ਤੈਨੂੰ ਅਗਿਆਨਤਾ ਦੀ ਰਾਤ ਵਿੱਚੋਂ ਕੱਢ ਕੇ ਰੌਸ਼ਨੀ ਦੇ ਪਉ ਫੁਟਾਲੇ ਵੱਲ ਲੈ ਜਾਏਗਾ। ਰਾਗਾਂ ਦਾ ਕਰਮ ਅੰਕ ਵੀ ਆਪਣੇ ਆਪ ਵਿੱਚ ਬੜਾ ਮਹਿਣਾ ਰੱਖਦਾ ਹੈ। ਤੇ ਜੇ ਪ੍ਰਥਮ ਰਾਗ ਭੈਰਵ ਦੀ ਗੱਲ ਕਰਨੇ ਨਾ ਆਪਾਂ, ਤੇ ਇਹਦਾ ਮਤਲਬ ਹੈ ਇਹ ਜਿਹੜਾ ਬੜਾ ਮਧੁਰ ਤੇ ਪਿਆਰਾ ਰਾਗ ਹੈ, ਇਸ ਅੰਮ੍ਰਿਤ ਬਾਣੀ ਨਾਲ ਜੁੜ ਜਾਏ ਤੇ ਯਾਦ ਰੱਖੀ ਅੰਮ੍ਰਿਤ ਵੇਲੇ ਉੱਠ ਕੇ ਚੌਥੇ ਪਹਿਰ ਨੂੰ ਸੁਬਾਹ ਦੇ ਨੂੰ ਸੰਭਾਲ ਲਵੇਂ ਤੇ ਤੇਰੀ ਜ਼ਿੰਦਗੀ ਵਿੱਚ ਮਧੁਰਤਾ ਮਿਠਾਸ ਤੇ ਰਸ ਆ ਜਾਏਗਾ। ਤੇ ਸਾਹਿਬ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕਰਦੇ ਨੇ। ਰਹਾਉ ਦੀਆਂ ਪੰਕਤੀਆਂ ਦੇ ਬੋਲ ਨੇ, ਪ੍ਰਾਨੀ ਹਰ ਜਪ ਜਨਮ ਗਇਓ। ਹੇ ਜੀਵ, ਹੇ ਪ੍ਰਾਨੀ, ਪਰਮਾਤਮਾ ਦਾ ਨਾਮ ਜਪ ਤੇ ਨਾ ਜਪਿਆ ਤੇ ਸਮਝ ਲੈ ਜਨਮ ਗਇਓ। ਆਪਾਂ ਰੱਬੀ ਬਾਣੀ ਦੇ ਬਚਨ ਪੜ੍ਹਨੇ, ਗੁਣ ਗੋਬਿੰਦ ਗਾਇਓ ਨਹੀਂ। ਜੇ ਨਹੀਂ ਗਾਏ ਤੇ ਕੀ ਹੁੰਦਾ? ਜਨਮ ਅਕਾਰਥ ਕੀਨ ਜਨਮ ਗਇਓ। ਪ੍ਰਾਨੀ ਹਰ ਜਪ ਜਨਮ ਗਇਓ। ਰੱਬ ਦਾ ਨਾਮ ਜਪ, ਉਹਦਾ ਸਿਮਰਨ ਕਰਨੇ ਜਨਮ ਚਲਾ ਜਾਏਗਾ ਤੇ ਚਲਿਆ ਜਾ ਰਿਹਾ। ਸਾਚ ਸ਼ਬਦ ਬਿਨ ਕਬਹੁ ਨਾ ਛੂਟਸ। ਇੱਕ ਗੁਰੂ ਦੇ ਸ਼ਬਦ ਤੋਂ ਬਿਨਾਂ, ਰੱਬ ਦੇ ਨਾਮ ਤੋਂ ਬਿਨਾਂ, ਅਜੇ ਆਪਾਂ ਸ਼ਬਦੀ ਅਰਥ ਕਰ ਰਹੇ ਸਮਝਿਓ, ਕਦੇ ਪਾਰ ਉਤਾਰਾ ਨਹੀਂ ਹੋਣਾ। ਤੇ ਜੇ ਸੱਚੇ ਸ਼ਬਦ ਨਾਲ ਜੁੜਿਆ ਨਾ ਤੇ ਫਿਰ ਕੀ ਹੋਏਗਾ? ਬਿਰਥਾ ਜਨਮ ਭਇਓ। ਇਹ ਜਨਮ ਬਿਰਥਾ ਚਲਾ ਵੀ ਜਾਣਾ ਤੇ ਜਿਹੜਾ ਕੋਲ ਵੀ ਹੈ ਭਇਓ ਤੇ ਗਇਓ, ਦੋਵਾਂ 'ਚ ਸਮਝਿਓ। ਗਇਓ ਦਾ ਅਰਥ ਚਲਾ ਜਾਣਾ ਤੇ ਭਇਓ ਦਾ ਅਰਥ ਜਿਹੜਾ ਬਤੀਤ ਕਰ ਰਹੇ ਆ ਇਹ ਵੀ ਬਿਰਥਾ ਹੀ ਹੈ। ਕਿਉਂਕਿ ਇੱਕ ਰੱਬ ਦੇ ਨਾਮ ਤੋਂ ਬਿਨਾਂ
ਚੇਤੇ ਰੱਖਿਓ ਧਨ ਪਰਿਵਾਰ ਸਰੀਰ ਦੇ ਸਾਥੀ ਨੇ, ਤੇ ਸਰੀਰ ਦੇ ਸਾਥੀ ਵੀ ਉਨੀ ਦੇਰ ਹੈ ਜਿੰਨੀ ਦੇਰ ਇਹਦੇ 'ਚ ਰੱਬ ਦੀ ਜੋਤ ਹੈ। ਤੇ ਜੇ ਪ੍ਰਮਾਤਮਾ ਦੇ ਸ਼ਬਦ ਨਾਲ ਨਾ ਜੁੜਿਆ, ਰੱਬ ਦੇ ਨਾਮ ਨਾਲ, ਸਾਚ ਸ਼ਬਦ ਬਿਨ ਕਬਹੁ ਨ ਛੂਟਸ, ਬਿਰਥਾ ਜਨਮ ਭਇਓ ਰਹਾਓ। ਹੁਣ ਥੋੜੀ ਜਿਹੀ ਬੇਨਤੀ ਸ਼ਬਦ ਦੀ ਰਮਤਾ ਤੋਂ ਪਹਿਲਾਂ ਫਿਰ ਸੁਣਿਓ। ਅੱਜ ਅਸੀਂ ਲੋਕ ਕਹਿੰਦੇ ਇਹ ਗੱਲ ਬਹੁਤ ਧਿਆਨ ਦਿਆ ਜੇ ਬੇਨਤੀ ਵੱਲ ਪਿਆਰ ਨਾਲ, ਵੀ ਵੇਖੋ ਜੀ ਜੀਭ ਦੇ ਜਪਣ ਨਾਲ ਕੀ ਹੋਏਗਾ। ਹੁਣ ਜੇ ਤਾਂ ਅਸੀਂ ਕਿਸੇ ਬੰਦੇ ਦੀ ਅਗਵਾਈ ਮੰਨ ਕੇ ਚੱਲਦੇ ਆ ਤੇ ਕੋਈ ਮਨੁੱਖ ਕੀ ਕਹਿੰਦਾ ਸਤ ਸੰਗਤ ਜੀ, ਇਹਦਾ ਨਹੀਂ ਆਪਾਂ ਨੂੰ ਪਤਾ। ਸਾਨੂੰ ਇਹ ਪਤਾ ਵੀ ਜਿਹਦੀ ਆਗੋਸ਼ ਵਿੱਚ ਬੈਠੇ ਹੋ, ਜਿਹਦੀ ਹਜ਼ੂਰੀ 'ਚ ਬੈਠੇ ਹੋ, ਉਹਨੇ ਇੱਕ ਗੱਲ ਕਹੀ ਹੈ ਵੀ ਰੱਬ ਦੇ ਨਾਮ ਦਾ ਜਾਪ ਜੇ ਰਸਨਾ ਨਾਲ ਕਰੇਗਾ ਨਾ, ਸੁਣਿਓ, ਇਦੋਂ ਵੱਡਾ ਪੁੰਨ ਕੋਈ ਨਹੀਂ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ, ਇਹਦਾ ਮਤਲਬ ਹੈ ਰਸਨਾ ਦਾ ਜਾਪ। ਔਰ ਯਾਦ ਰੱਖਿਓ ਇੱਕ ਬੇਨਤੀ ਹੋਰ ਬੜੇ ਧਿਆਨ ਨਾਲ, ਜਿਸ ਦਿਨ ਬੱਚੇ ਦਾ ਸਰੀਰ ਕਰਕੇ ਮਾਤਾ ਦੇ ਉਦਰ ਤੋਂ ਸੰਸਾਰ ਵਿੱਚ ਆਗਮਨ ਹੁੰਦਾ ਹੈ ਨਾ, ਉਹਦੇ ਕਿਹਦੇ ਨਾਲ ਸਾਂਝ ਪੈਂਦੀ ਹੈ? ਚਾਹੇ ਤਾਂ ਸੰਸਾਰ ਨਾਲ ਬੱਚਾ ਬੋਲਦਾ ਤਾਂ ਵੀ ਰਸਨਾ ਨਾਲ ਸਾਂਝ ਪੈਂਦੀ ਹੈ, ਸੁਣਿਓ। ਤੇ ਚਾਹੇ ਸਰੀਰ ਵਿੱਚ ਇਹਦੇ ਖੁਰਾਕ ਜਾਂਦੀ ਹੈ, ਮਾਂ ਦੇ ਅਸਤਨਾਂ ਤੋਂ ਇਹ ਦੁੱਧ ਲੈਂਦਾ ਹੈ, ਤੇ ਤਾਂ ਵੀ ਰਸਨਾ ਨਾਲ ਪੈਂਦੀ ਹੈ। ਵੇਖੋ ਜਿਸ ਦਿਨ ਧਰਤੀ ਤੇ ਆਇਆ ਤੇ ਰਸਨਾ ਨਾਲ ਸਰੀਰ ਦੀ ਖੁਰਾਕ ਲਈ, ਜਿਸ ਦਿਨ ਸੰਸਾਰ ਨਾਲ ਸਾਂਝ ਪਈ ਤੇ ਰਸਨਾ ਨਾਲ ਬੋਲਿਆ ਤਾਂ ਸਾਂਝ ਪਈ। ਤੇ ਅਸੀਂ ਕਿੱਦਾਂ ਮੁਨਕਰ ਹੋ ਸਕਦੇ ਆ ਵੀ ਰੱਬ ਦੇ ਨਾਮ ਨੂੰ ਰਸਨਾ ਨਾਲ ਜਪਣ ਦੀ ਲੋੜ ਨਹੀਂ? ਨਹੀਂ, ਸਾਹਿਬ ਕਹਿੰਦੇ ਨਹੀਂ ਭਲਿਆ, ਪਰਮਾਤਮਾ ਦੇ ਨਾਮ ਨੂੰ ਪ੍ਰਾਣੀ ਹਰ ਜਪ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਦੂਜਾ ਪ੍ਰਮਾਣ ਸਮਝਿਓ, ਸਾਹਿਬ ਕਹਿੰਦੇ ਮਨ ਮਾਇਆ ਕਰਕੇ ਸਾਰੀ ਦੁਨੀਆ ਦੇ ਲੋਕ ਕਿਸੇ ਵਿਰਲੇ ਕਈ ਨੂੰ ਛੱਡ ਕੇ ਮਨ ਮਾਇਆ ਵਿੱਚ ਸੁੱਤੇ ਹੋਏ ਨੇ। ਮਨ ਮਾਇਆ ਵਿੱਚ ਸੁੱਤਾ ਹੋਇਆ ਕਿ ਸਾਹਿਬ ਦੀ ਬਾਣੀ ਦਾ ਪਾਵਨ ਬਚਨ ਸ਼ਬਦ ਆਪ ਜੀ ਪੜ੍ਹਦੇ ਹੋਵੋਗੇ, ਜਿਹਦੇ ਅੰਦਰ ਆਓ ਦੇ ਬੋਲ ਨੇ, ਮਨ ਸੋਇਆ ਮਾਇਆ ਵਿੱਚ ਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤੂ ਆਪਣੀ ਲਹਿ। ਜਾਗਦਾ ਕੌਣ ਹੈ? ਪ੍ਰਾਣੀ ਹਰ ਜਪ ਜਨਮ ਗਇਓ। ਸੁਣਿਓ ਸਾਹਿਬ ਦੇ ਅੰਮ੍ਰਿਤ ਬਚਨ ਨੇ, ਸੁੱਤੜੇ ਅਸੰਖ ਵਾਰਾਂ ਤੇ ਵਧੇਕ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਹੁਣ ਸਤਿਗੁਰੂ ਕਹਿੰਦੇ ਰਸਨਾ ਨਾਲ ਬੋਲ ਕੇ ਬਾਣੀ ਪੜ੍ਹ, ਰਸਨਾ ਨਾਲ ਵਾਹਿਗੁਰੂ ਵਾਹਿਗੁਰੂ, ਆਪਣੇ ਧਰਮ ਆਪਣੇ ਇਸ਼ਟ ਮੁਤਾਬਕ ਰਾਮ ਅੱਲਾ ਵੀ ਕਹੋ। ਇਹ ਨਾ ਕਿ ਉਹ ਵੀ ਕਿਉਂ ਕਹਿ ਦਿੱਤਾ ਜੀ ਰਾਮ ਅੱਲਾ ਜਪੋ। ਗੁਰੂ ਗ੍ਰੰਥ ਸਾਹਿਬ ਸੁਣਿਓ, ਸੱਚੇ ਪਾਤਸ਼ਾਹ ਨੇ ਇਹ ਨਹੀਂ ਕਿਹਾ ਵੀ ਤੂੰ ਕੱਲਾ ਵਾਹਿਗੁਰੂ ਕਹਿ, ਪ੍ਰਾਣੀ ਮਾਤਰ ਨੂੰ ਉਪਦੇਸ਼ ਦਿੱਤਾ ਵੀ ਤੂੰ ਇਹ ਵੀ ਕਹਿ ਸਕਦਾ ਭਗਤ ਨਿਰਾਲੀ ਅੱਲਾ ਦੀ, ਰਾਮ ਜਪੋ ਜੀ ਐਸੇ ਐਸੇ, ਤੂੰ ਜਪ ਤੇ ਸਹੀ ਪਰ ਰਸਨਾ ਵਾਲੀ ਦੀ ਰਮਤਾ ਕਰ। ਜਦੋਂ ਰਸਨਾ ਨਾਲ ਜਪ ਕਰੇਗਾ ਫਿਰ ਧਿਆਨ ਵਿੱਚ ਟਿਕਣਾ ਸ਼ੁਰੂ ਹੋਏਗਾ ਤੇ ਧਿਆਨ ਚੋਂ ਕਿਤੇ ਜਾ ਕੇ ਹਿਰਦੇ ਵਿੱਚ ਵਾਸਾ ਹੁੰਦਾ ਹੈ, ਜਿਹਨੂੰ ਸਾਹਿਬ ਨੇ ਕਿਹਾ ਹੈ ਰੱਬੀ ਬਾਣੀ ਦੇ ਅੰਮ੍ਰਿਤ ਬਚਨ ਨੇ, ਬੈਣ ਜਿਹਬਾ। ਹੁਣ ਅਸੀਂ ਤੇ ਜੀਭਾਂ ਨੂੰ ਕੱਟਦੇ ਨਾ, ਫਿਰ ਸੁਣਿਓ ਸਾਹਿਬ ਕਹਿੰਦੇ ਉਹ ਤਾਂ ਕੋਈ ਵਿਰਲਾ ਗੁਰਮੁਖ ਜਾਣਦਾ ਹੈ, ਬੈਣ ਜਿਹਬਾ ਜੋ ਜਪੈ ਹਿਆਏ, ਜਿਹੜਾ ਬਿਨਾ ਜੀਭ ਤੋਂ ਹਿਰਦੇ ਵਿੱਚ ਜਿਹਦੇ ਯਾਦ ਹੈ, ਕੋਈ ਜਾਣੇ ਕੈਸਾ ਨਾ ਹੋ। ਉਹ ਤੇ ਕੋਈ ਵਿਰਲਾ ਹੈ ਜਿਹਦੇ ਅੰਦਰ ਉਹ ਟਿਕ ਗਿਆ, ਤੇ ਪਰ ਉਹਦੀ ਰਮਤਾ ਹੈ ਜਿਵੇਂ ਭੋਜਨ ਦੇ ਰਸ ਦੀ ਰਮਤਾ ਮਾਤਾ ਦੇ ਉਦਰ ਤੋਂ ਬਾਹਰ ਆਉਣ ਤੋਂ ਲੈ ਕੇ ਰਸਨਾ ਤੋਂ ਹੁੰਦੀ। ਤੇ ਅੱਜ ਵੀ ਕਿੰਨੀ ਉਮਰ ਹੋ ਜਾਏ ਤੇ ਸਰੀਰ ਐਡਾ ਵੱਡਾ ਤੇ ਰਸਨਾ ਤੇ ਬੜੀ ਛੋਟੀ ਨਾ ਉਹਦੇ ਮੁਕਾਬਲੇ। ਤੇ ਯਾਦ ਰੱਖਿਓ ਭੋਜਨ ਦਾ ਰਸ ਤੇ ਰਸਨਾ ਹੀ ਦੱਸਦੀ ਨਾ, ਇਹ ਰਸਾਂ ਦੀ ਖਾਣ ਹੈ, ਤਾਂ ਹੀ ਇਹਦਾ ਨਾਮ ਰਸਨਾ ਰੱਖਿਆ ਜੇਬਾ ਦਾ। ਤੇ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਹਿ ਲਗੇ ਇਹਦੇ ਨਾਲ ਜੇ ਪਦਾਰਥਾਂ ਦਾ ਰਸ ਮੰਨਦਾ, ਜਿਸ ਦਿਨ ਇਹਦੇ ਨਾਲ ਸਤਨਾਮ ਸ੍ਰੀ ਵਾਹਿਗੁਰੂ ਜਪਣਾ ਸ਼ੁਰੂ ਕਰ ਦਿੱਤਾ ਤੇ ਜਿੱਦੇ ਆਇਆ ਰੱਬ ਦੇ ਨਾਮ ਦਾ ਰਸ, ਉਹਦੇ ਕਹਿ ਦਿੱਤਾ ਸਾਹਿਬ ਨੇ ਅੰਮ੍ਰਿਤ ਬਾਣੀ ਅੰਦਰ, ਇਹ ਰਸ ਛੱਡ ਹੈ ਉਹ ਰਸ ਆਵਾ, ਉਹ ਰਸ ਪੀਆ ਤੋਏ ਰਸ ਨਹੀਂ ਭਾਵਾ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ। ਰੱਬ ਨਾ ਪੁੱਜਣ ਤੁਧ ਬੇਨਤੀ ਸਮਝਿਓ, ਜੇਬਾ ਦਾ ਜਾਪ ਪ੍ਰਾਣੀ ਹਰ ਜਪ। ਤੇ ਜੇ ਨਾ ਜਪਿਆ ਸਾਹਿਬ ਕਹਿੰਦੇ ਜਨਮ ਗਇਓ, ਤੇ ਮਨੁੱਖਾ ਜਨਮ ਕੀਮਤੀ ਚਲਾ ਜਾਏਗਾ। ਦੋ ਬੇਨਤੀਆਂ ਹੋਰ ਸਮਝੋ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ। ਸ਼ਬਦ ਦੇ ਦਾਇਰੇ ਅੰਦਰ ਰਹਾਉ ਦੀ ਪੰਕਤੀ, ਚਾਰ ਪਦਾਰਥ ਦੁਨੀਆ ਬਣਦੀ ਹੈ, ਸਾਹਿਬ ਨੇ ਵੀ ਮੰਨੇ ਨੇ, ਧਰਮ ਅਰਥ ਕਾਮ ਮੋਖ।
ਤੇ ਇਹਦੇ ਨਾਲ ਚਾਰ ਪਦਾਰਥ ਇਹਨੂੰ ਇਦਾਂ ਵੀ ਸਮਝਿਓ। ਇੱਕ ਹੁੰਦਾ ਜਨਮ ਪਦਾਰਥ, ਇੱਕ ਹੈ ਨਾਮ ਪਦਾਰਥ, ਇੱਕ ਹੈ ਗਿਆਨ ਪਦਾਰਥ, ਤੇ ਚੌਥਾ ਹੈ ਮੁਕਤ ਪਦਾਰਥ। ਇੱਕ ਪਦਾਰਥ ਗੁਰੂ ਨੇ, ਰੱਬ ਨੇ ਸਭ ਨੂੰ ਦਿੱਤਾ ਹੈ। ਉਹ ਕਿਹੜਾ ਹੈ? ਜਨਮ ਪਦਾਰਥ। 84 ਲੱਖ ਜੋਨ ਸੁਭਾਈ, ਮਾਨੁਖ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏਂਦਾ। ਇਹ ਜਨਮ ਪਦਾਰਥ ਤੇ ਸਭ ਨੂੰ ਮਿਲ ਗਿਆ ਨਾ। ਜਨਮ ਗਇਓ, ਬੇਨਤੀ ਬੜੇ ਧਿਆਨ ਨਾਲ ਸਮਝਿਓ। ਜਨਮ ਪਦਾਰਥ ਨੂੰ ਸਫਲ ਕਰਨਾ ਹੈ ਤੇ ਨਾਮ ਪਦਾਰਥ ਲੈਣਾ ਪਏਗਾ। ਤੇ ਜਿਹਨੇ ਜਨਮ ਪਦਾਰਥ ਹੀ ਗਵਾ ਲਿਆ, ਉਦਾਹਰਨ ਸੌਖੀ ਕਰਦੇ ਆ, ਦੁੱਧ ਹੈ ਨਾ, ਦੁੱਧ ਵਿੱਚੋਂ ਹੀ ਦਹੀਂ ਬਣਨਾ, ਦੁੱਧ ਚੋਂ ਹੀ ਖੋਆ ਬਣਨਾ, ਦੁੱਧ ਚੋਂ ਹੀ ਪਨੀਰ ਬਣਨਾ ਹੈ। ਤੇ ਜਿਹਨੇ ਦੁੱਧ ਹੀ ਡੋਲ ਲਿਆ, ਉਹਦੇ ਬਾਕੀ ਪਦਾਰਥ ਤੇ ਚਲੇ ਹੀ ਗਏ ਨਾ। ਦੁੱਧ ਹੀ ਨਹੀਂ ਤੇ ਦਹੀਂ, ਮੱਖਣ, ਲੱਸੀ, ਖੋਆ, ਪਨੀਰ ਇਹ ਕਿੱਥੋਂ ਪੈਦਾ ਕਰੇਗਾ? ਜਨਮ ਪਦਾਰਥ ਹੀ ਗਵਾ ਲਿਆ। ਤੇ ਯਾਦ ਰੱਖਿਓ, ਮੁਕਤ ਪਦਾਰਥ ਕਿੱਥੋਂ ਪ੍ਰਾਪਤ ਕਰੇਗਾ? ਆਟਾ ਹੈ, ਆਟੇ ਵਿੱਚੋਂ ਕਿਸੇ ਤਰ੍ਹਾਂ ਦਾ ਕੋਈ ਪਦਾਰਥ ਬਣਾ ਸਕਦਾ ਹੈ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਜਿਹਨੇ ਆਟਾ ਹੀ ਚਿੱਕੜ ਵਿੱਚ ਡੋਲ ਲਿਆ, ਤੇ ਕਹਿੰਦੇ ਉਹਦੇ ਪਦਾਰਥ ਤੇ ਪਰੌਠੇ ਤੇ ਪ੍ਰਸ਼ਾਦੇ ਕਿੱਥੋਂ ਬਣਾਏਗਾ? ਆਟਾ ਹੀ ਡੋਲ ਲਿਆ। ਜਿਹਨੇ ਦੁੱਧ ਪਦਾਰਥ ਹੀ ਡੋਲ ਲਿਆ, ਉਹ ਬਾਕੀ ਦੇ ਪਦਾਰਥ ਪ੍ਰਾਪਤ ਨਹੀਂ ਕਰ ਸਕੇਗਾ। ਜਿਹਨੇ ਰੱਬ ਦਾ ਨਾਮ ਨਹੀਂ ਜਪਿਆ, ਪ੍ਰਾਨੀ ਹਰ ਜਪ ਜਨਮ ਗਇਓ, ਜਿਹਨੇ ਜਨਮ ਰੂਪੀ ਪਦਾਰਥ ਹੀ ਗਵਾ ਲਿਆ, ਨਾ ਪਦਾਰਥ ਲਿਆ ਹੀ ਨਹੀਂ। ਤੇ ਜਿਹਨੇ ਨਾ ਪਦਾਰਥ ਨਹੀਂ ਲਿਆ, ਉਹਦੇ ਅੰਦਰੋਂ ਪ੍ਰਮਾਤਮਈ ਗਿਆਨ ਪ੍ਰਗਟ ਨਹੀਂ ਹੁੰਦਾ। ਨਾਲ ਬੇਨਤੀ ਫਿਰ ਸੁਣਿਓ, ਇੱਥੇ ਗਿਆਨ ਦੇ ਅਰਥ ਉਹ ਨਹੀਂ ਜਿਹੜੇ ਅਸੀਂ ਕਿਤਾਬਾਂ ਦਾ ਗਿਆਨ ਇਕੱਠਾ ਕਰੀ ਫਿਰਨੇ। ਇੱਥੇ ਉਹ ਗਿਆਨ ਦੀ ਗੱਲ ਹੈ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਉਹਦੇ ਅੰਦਰ ਤਤ ਗਿਆਨ ਹੈ। ਤੇ ਜਿੱਦੇ ਗਿਆਨ ਪਦਾਰਥ ਪ੍ਰਮਾਤਮਾ ਅੰਦਰੋਂ ਪ੍ਰਗਟ ਹੋਇਆ, ਸਾਹਿਬ ਕਹਿੰਦੇ ਉਸ ਦਿਨ ਮੁਕਤ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ। ਜੇ ਜਨਮ ਪਦਾਰਥ ਗਵਾ ਲਿਆ, ਕਦੋਂ ਗਵਾਚਦਾ? ਜਦੋਂ ਕੋਈ ਰੱਬ ਦੇ ਨਾਮ ਨੂੰ ਨਹੀਂ ਜਪਦਾ। ਜਨਮ ਆਕਾਰਥ ਕੇਨ। ਤੇ ਹੁਣ ਸਾਹਿਬ ਸਤਿਗੁਰੂ ਜੀ ਇਹਨਾਂ ਰਾਉ ਦੀਆਂ ਪੰਕਤੀਆਂ ਨੂੰ ਆਧਾਰ ਬਣਾ ਕੇ ਪੂਰੇ ਸ਼ਬਦ ਅੰਦਰ ਸਰੀਰ ਦੀ ਗੱਲ, ਮਨਮੁਖਤਾ ਦੀ ਗੱਲ ਵੀ ਸਮਝਾਉਂਦੇ ਨੇ। ਤੇ ਚੌਥੇ ਬੰਦ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਿਹਰਮਤ ਕਰਕੇ ਗੁਰਮੁਖ ਦੀ ਅਵਸਥਾ ਦੱਸਦੇ ਨੇ। ਭੈਰੋ ਮਹੱਲਾ ਪਹਿਲਾ, ਭੈਰੋ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਨੈਣੀ ਦ੍ਰਿਸ਼ਟ ਨਹੀਂ ਤਨ ਹੀਨਾ, ਕਹਿੰਦੇ ਤੇਰੀਆਂ ਅੱਖਾਂ ਵਿੱਚ ਰੱਬ ਦੀ ਉਹ ਦ੍ਰਿਸ਼ਟੀ ਨਹੀਂ ਬਣੀ। ਬਹੁਤ ਧਿਆਨ ਨਾਲ ਬੇਨਤੀ ਸਮਝੋ, ਸ਼ਬਦ ਬੜਾ ਗੰਭੀਰਤਾ ਵਾਲਾ। ਦੁਨੀਆ ਦੀ ਜਿਹੜੀ ਵਿਨਾਸ਼ਤਾ ਹੈ ਤੇ ਬਿਨਸਨਹਾਰ ਦੁਨੀਆ, ਉਹਦੇ ਵਿੱਚੋਂ ਕੱਢ ਕੇ ਵਿਨਾਸ਼ੀ ਰੱਬ ਵੱਲ ਕਿਵੇਂ ਲਿਜਾਂਦਾ ਸੁਣਿਓ। ਸਾਹਿਬ ਕਹਿੰਦੇ ਤੇਰੀਆਂ ਅੱਖਾਂ ਵਿੱਚ ਉਹ ਦ੍ਰਿਸ਼ਟੀ ਨਹੀਂ ਬਣੀ ਜਿਹੜੀ ਰੱਬ ਨੂੰ ਵੇਖ ਸਕੇ। ਅਸੀਂ ਕੀ ਕਹਿੰਦੇ ਜੀ, ਵੇਖੋ ਆਹ ਅੱਖ ਜਿਹੜੀ ਚੀਜ਼ ਨੂੰ ਨਹੀਂ ਵੇਖਦੀ ਜਾਂ ਜਿਹੜੀ ਚੀਜ਼ ਅੱਖ ਨੂੰ ਨਹੀਂ ਦਿਸਦੀ, ਅੱਜ ਬਹੁਤ ਲੋਕ ਕਹਿੰਦੇ ਅਸੀਂ ਨਹੀਂ ਉਹਨੂੰ ਮੰਨਦੇ। ਦੋ ਉਦਾਹਰਨਾਂ ਸੁਣਿਓ। ਅੱਖ ਨੂੰ ਵੀ ਵੇਖਣ ਲਈ ਇੱਕ ਡਿਸਟੈਂਸ ਦੀ ਜ਼ਰੂਰਤ ਹੈ, ਦੂਰੀ ਦੀ ਜ਼ਰੂਰਤ ਹੈ ਨਾ। ਤੁਹਾਡੇ ਕੋਲੇ ਕੋਈ ਕਿਤਾਬ ਹੈ, ਅਖਬਾਰ ਹੈ, ਤੇ ਸਾਡੀਆਂ ਅੱਖਾਂ ਤੋਂ ਕੁਝ ਦੂਰੀ ਹੋਵੇ ਤਾਂ ਹੀ ਹੈ ਨਾ। ਤੁਸੀਂ ਅਖਬਾਰ ਨੂੰ ਅੱਖ ਤੇ ਰੱਖ ਲਓ, ਫਿਰ ਅਖਬਾਰ ਨੂੰ ਅੱਖ ਵੇਖੇਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਰੱਬ ਐਸਾ ਹੈ, ਉਹਨੇ ਨੇੜਿਓਂ ਦੱਸਣਾ। ਇਹਦਾ ਮਤਲਬ ਹੈ ਜੇ ਅੰਦਰ ਵਾਲੀ ਅੱਖ ਨਹੀਂ ਬਣੀ, ਜਿਹਨੂੰ ਕਿਸੇ ਨੇ ਸ਼ਿਵ ਨੇਤਰ ਕਿਹਾ, ਕਿਸੇ ਨੇ ਥਰਡ ਆਈ ਕਿਹਾ, ਕਿਸੇ ਨੇ ਗੁਰਮੁਖ ਪਦ ਕਿਹਾ, ਤੇ ਸਾਹਿਬ ਸਤਿਗੁਰੂ ਕਹਿੰਦੇ ਉਹ ਹੈ ਅੰਦਰ ਦੀ ਅੱਖ। ਨਾਨਕ ਸੇ ਅੱਖੜੀਆਂ ਬੇਅਨ, ਜਿਨੀ ਨਿਸਿੰਦੋ ਮਾਂ ਪਿਰੀ, ਭੈ ਕੇ ਚਰਨ ਕਰ ਭਾਵ ਕੇ ਲੋਏ ਨ ਸੁਰਤ ਕਰੇ, ਨਾਨਕ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਏ। ਉਹ ਅੱਖ ਹੈ ਪਹਿਲਾਂ ਅੰਦਰ ਦੀ ਅੱਖ। ਜਿਸ ਦਿਨ ਉਹ ਅੱਖ ਖੁੱਲੀ ਸੁਣਿਓ, ਬਾਹਰ ਦੀਆਂ ਅੱਖਾਂ ਵਿੱਚ ਉਹਦੇ ਰੱਬ ਦਿਸੇਗਾ, ਸੰਸਾਰ ਵਿੱਚੋਂ ਉਹਦੇ ਨਿਰੰਕਾਰ ਦਿਸੇਗਾ। ਸਾਹਿਬ ਕਹਿੰਦੇ ਉਹ ਅੱਖ ਤੂੰ ਬਣਾਈ ਨਹੀਂ, ਨੈਣੀ ਦ੍ਰਿਸ਼ਟ ਨਹੀਂ, ਅੱਖਾਂ ਵਿੱਚੋਂ ਦ੍ਰਿਸ਼ਟੀ ਤੂੰ ਪੈਦਾ ਹੀ ਨਹੀਂ ਕਰ ਸਕਿਆ ਭਲਿਆ। ਤੇ ਫਿਰ ਬੇਨਤੀ ਕਰਦੇ ਹਾਂ, ਜੇ ਬਾਹਰ ਦੀ ਅੱਖ ਸਭ ਕੁਝ ਆਪਾਂ ਕਹਿੰਦੇ ਵੀ ਵੇਖੋ, ਜਿਹੜੀ ਗੱਲ ਅੱਖ ਨੂੰ ਦਿਸਦੀ, ਜਿਹੜੀ ਚੀਜ਼ ਅਸੀਂ ਉਹਨੂੰ ਮੰਨਦੇ ਆ। ਤੇ ਸਾਧ ਸੰਗਤ ਜੀ, ਆਪ ਜੀ ਵਿਦਵਾਨਾਂ ਤੋਂ ਇਹ ਗੱਲ ਸੁਣਦੇ ਹੋ ਅਕਸਰ, ਅੱਖ ਤੇ ਆਪਣੇ ਵਿੱਚ ਪੈ ਜਾਏ ਨਾ ਕੋਈ ਛੋਟਾ ਜਿਹਾ ਕੰਨ, ਉਹਨੂੰ ਨਹੀਂ ਵੇਖ ਸਕਦੀ। ਤੇ ਰੱਬ ਤੇ ਐਟਮ ਤੋਂ ਵੀ, ਪਰਮਾਣੂ ਤੋਂ ਵੀ ਸੂਖਮ ਹੈ। ਮੈਂ ਕਈ ਵਾਰੀ ਤੁਹਾਡੇ ਚਰਨਾਂ 'ਚ ਬੇਨਤੀ ਰੱਖਣਾ, ਬਹੁਤ ਕੁਝ ਐਸਾ ਹੈ ਸਾਇੰਸ ਦੀ ਦੁਨੀਆ 'ਚ। ਵੇਖੋ ਮੇਰਾ ਯਤਨ ਨਹੀਂ ਹੁੰਦਾ ਵੀ ਮੈਂ ਧਰਮ ਦੀ ਦੁਨੀਆ ਵਿੱਚ, ਗੁਰੂ ਦੀ ਗੋਦ ਵਿੱਚ ਕੇਵਲ ਰੱਬ ਦੀ ਇਬਾਦਤ,
प्रभु चरनां दी प्यार दी गल करां, पर प्रभु चरनां ते प्रभु प्यार ते साडा भरोसा बन जाए। बहुती वारी तां मजबूरन साइंस की गल करनी पैंदी, नैनी दृष्ट नहीं तनहीना। सुनियो, ਜਿਹੜਾ ਬੰਦਾ ਅੱਜ ਤੋਂ ਬਾਅਦ ਤੁਹਾਨੂੰ ਇਹ ਕਹੇ ਵੀ ਵੇਖੋ ਜੀ ਅੱਗੇ ਦੀ ਗੱਲ ਕਿੱਥੇ ਜੀ, ਅੱਗੇ ਕੀ ਹੈ, ਮੈਂ ਨਹੀਂ ਮੰਨਦਾ, ਜਿਹੜਾ ਕੁਝ ਆਖਣਾ ਨਹੀਂ ਦੱਸਦਾ। ਬਹੁਤ ਕੁਝ ਸਾਇੰਸ ਦੀ ਦੁਨੀਆ ਪੜ੍ਹੇ ਲਿਖੇ ਬੈਠੇ ਹੋ, ਦੂਰ ਤੱਕ ਸੁਣ ਰਹੇ ਹੋ, ਐਸਟ੍ਰੋਨਮੀ ਨੂੰ ਪੜ੍ਹੇ ਹੋ। ਬਹੁਤ ਕੁਝ ਸਾਇੰਸ ਦੀ ਦੁਨੀਆ ਵਿੱਚ ਐਸਾ ਹੈ ਜਿਹੜਾ ਤੁਸੀਂ ਅੱਖ ਨਾਲ ਨਹੀਂ ਵੇਖ ਸਕਦੇ। ਪਰਮਾਣੂ ਤੋਂ ਲੈ ਕੇ ਚਲੋ, ਪਰਮਾਣੂ ਤੇ ਕਿਸੇ ਬਹੁਤ ਹੀ ਬਰੀਕ ਡੌਕ ਦੂਰਬੀਨ ਨਾਲ ਵੇਖ ਲਓਗੇ। ਤੇ ਦੋ ਪ੍ਰਮਾਣ ਬੇਨਤੀ ਸੁਣਿਓ, ਇਹ ਉਹਦੇ ਲਈ ਹੈ ਜਿਹੜਾ ਬੰਦਾ ਇਹ ਗੱਲ ਕਹਿੰਦਾ ਵੀ ਜਿਹੜੀ ਚੀਜ਼ ਨੂੰ ਅੱਖ ਨਹੀਂ ਵੇਖਦੀ ਅਸੀਂ ਨਹੀਂ ਮੰਨਦੇ। 1 ਲੱਖ ਬਲੈਕ ਹੋਲ ਇਸ ਬ੍ਰਹਿਮੰਡ ਵਿੱਚ ਨੇ। 18ਵੀਂ ਸਦੀ ਵਿੱਚ ਲੈਪਲੈਸ ਤੇ ਦੂਸਰੇ ਇੱਕ ਵਿਗਿਆਨੀ ਨੇ ਉਹਦੀ ਖੋਜ ਕੀਤੀ। 1 ਲੱਖ ਬਲੈਕ ਹੋਲ ਜਿਹਨੂੰ ਅੰਧਕੂਪ ਕਹਿੰਦੇ, ਇਹ ਬ੍ਰਹਿਮੰਡ ਵਿੱਚ ਨੇ। ਇੱਕ ਵੀ ਬਲੈਕ ਹੋਲ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ। ਤੇ ਜਿਹਨੂੰ ਵਿਸ਼ਵਾਸ ਨਹੀਂ ਨਾ ਆਉਂਦਾ, ਜੇ ਧਰਮ ਦੀ ਦੁਨੀਆ ਤੇ ਜਿਹੜੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੈਠੇ ਹੋਣ, ਬਹੁਤ ਬੰਦੇ ਆ ਜੈਸੇ ਵੀ ਧਰਮ ਦੀ ਦੁਨੀਆ ਚੁੱਪ ਜੇ ਨੇ। ਵੇਖੋ ਕਿ ਬਾਹਰ ਦਾ ਸੱਜਣ ਇਹ ਗੱਲ ਕਹਿੰਦਾ ਤੇ ਆਪਾਂ ਨੂੰ ਮਹਿਸੂਸ ਨਹੀਂ ਸੀ ਹੋਣਾ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਕੋਈ ਇਹ ਗੱਲ ਕਹਿੰਦਾ ਨਾ ਵੀ ਵੇਖੋ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਛਟੀ ਕਿਵੇਂ ਰੱਖਤੀ ਜੀ, ਅਰਥ ਕਿਵੇਂ ਹੋ ਗਿਆ। ਭਾਈ ਗੁਰਦਾਸ ਸਾਹਿਬ ਨੂੰ ਪੁੱਛੇ, ਉਹ ਕਹਿੰਦੇ ਗੁਰੂ ਦਾ ਭੇਦ ਕਿੱਥੋਂ ਪਾ ਲਏਗਾ ਤੂੰ, ਤੇ ਰੱਬ ਦੀਆਂ ਤੇ ਗੁਰੂ ਦੀਆਂ ਦਾਤਾਂ ਦਾ ਭੇਦ ਨਹੀਂ ਪਾ ਸਕਦਾ, ਉਹਦੀ ਕੀਮਤ ਨਹੀਂ ਪਾ ਸਕਦਾ। ਇਸ ਲਈ ਗੁਰੂ ਸਮਰੱਥ ਹੈ, ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ। ਇਸ ਪੱਖ ਤੋਂ ਬੇਨਤੀ ਕਰ ਰਿਹਾ ਵੀ ਜਿਹੜੀ ਚੀਜ਼ ਨੂੰ ਅੱਖ ਨਹੀਂ ਵੇਖਦੀ, ਤੇ ਸਾਇੰਸ ਦੀਆਂ ਵੀ ਬਹੁਤ ਚੀਜ਼ਾਂ ਨੇ, ਤੇ ਜਿਹੜੇ ਬੰਦੇ ਦੇ ਮੰਨਣ 'ਚ ਨਾ ਆਏ ਨਾ ਅੱਜ ਤੋਂ ਬਾਅਦ ਕਦੇ ਜੇ ਨਹੀਂ ਪੜ੍ਹਿਆ ਤੇ ਉਹਨਾਂ ਸੱਜਣਾ ਨੂੰ ਬੇਨਤੀ, ਐਸਟ੍ਰੋਨਮੀ ਨੂੰ ਪੜ੍ਹ ਕੇ ਵੇਖਿਓ ਕਦੇ। 1 ਸੈਂਟੀਮੀਟਰ ਵਿਆਸ ਦਾ ਬਲੈਕ ਹੋਲ ਹੈ ਨਾ ਜਿਹੜਾ ਬ੍ਰਹਿਮੰਡ ਵਿੱਚ, ਹੈਰਾਨ ਨਾ ਹੋਇਆ ਜੀ ਉਹਦਾ ਭਾਰ ਧਰਤੀ ਦੇ ਭਾਰ ਦੇ ਬਰਾਬਰ ਹੈ। 300 ਕਿਲੋਮੀਟਰ ਦੇ ਘੇਰੇ ਦਾ ਜਿਹੜਾ ਬਲੈਕ ਹੋਲ ਹੈ ਉਹਦਾ ਭਾਰ ਸੂਰਜ ਨਾਲੋਂ 10 ਗੁਣਾ ਵੱਧ ਹੈ, ਤੇ ਘੇਰਾ ਤੇ ਉਹਦਾ 300 ਕਿਲੋਮੀਟਰ ਹੈ। ਹੁਣ ਕਿਵੇਂ ਮੰਨਣ ਵਿੱਚ ਆਏ? ਪਰ ਗੱਲ ਇਹ ਵੀ ਉਹ ਸਾਇੰਸ ਨੇ ਕਿਹਾ ਤੇ ਬੰਦੇ ਨੇ ਮੰਨ ਲਿਆ। ਗੁਰੂ ਨੇ ਗੱਲ ਤੈਨੂੰ ਪਹਿਲਾਂ ਸਮਝਾ ਦਿੱਤੀ, ਉਹ ਭਲਿਆ ਜਿੱਥੇ ਮਰਜ਼ੀ ਤੁਰਿਆ ਜਾ, ਇਹ ਅੰਤ ਨਹੀਂ ਪਾਇਆ ਜਾਣਾ। ਇਹ ਅੱਖ ਨਾਲ ਸਾਇੰਸ ਵਿੱਚ ਵੀ ਬਹੁਤ ਕੁਝ ਹੈ ਜਿਹੜਾ ਵੇਖਿਆ ਨਹੀਂ ਜਾ ਸਕਦਾ। ਸੀਵੀ ਕੈਨ ਸਮਝੌਰ 17 ਲੱਭਿਆ ਸਤੰਬਰ, ਵਾਹਿਗੁਰੂ ਦਸੰਬਰ 17 ਵਿੱਚ ਨਹੀਂ ਵੇਖਿਆ ਜਾ ਸਕਦਾ। ਨੈਣੀ ਦ੍ਰਿਸ਼ਟ ਨਹੀਂ, ਤੂੰ ਤੇ ਸਾਇੰਸ ਦੀਆਂ ਬਹੁਤ ਚੀਜ਼ਾਂ ਜਿਹਨੂੰ ਸਾਇੰਸ ਨੇ ਸਿੱਧ ਕੀਤਾ ਅੱਖ ਨਾਲ ਨਹੀਂ ਵੇਖ ਸਕਦਾ। ਜਿਸ ਅੱਖ ਦੇ ਅੰਦਰ ਵੇਖਣ ਵਾਲੀ ਦ੍ਰਿਸ਼ਟੀ ਬਣਾਉਣੀ ਨਾ, ਤੇ ਰੱਬ ਨੂੰ ਵੇਖਣ ਵਾਲੀ ਦ੍ਰਿਸ਼ਟੀ ਬਣਾ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਤੇ ਜੇ ਇਹ ਦ੍ਰਿਸ਼ਟੀ ਨਾ ਬਣੀ ਤੇ ਗੁਰੂ ਸਾਹਿਬ ਨੇ ਨਾ 3 ਅਵਸਥਾ ਨੇ ਨਾ, ਬਾਲ ਜਵਾਨੀ ਔਰ ਬਿਰਧ ਫੁਣ, ਇਹ ਸ਼ਬਦ ਵਿੱਚ ਬਹੁਤਾ ਭਾਵ ਗੁਰੂ ਸਾਹਿਬ ਨੇ ਬਿਰਧ ਅਵਸਥਾ ਦਾ ਰੱਖਿਆ। ਸਮਝਿਓ, ਤਨਹੀਨਾ, ਤਨਹੀਨ ਹੋ ਗਿਆ ਸ਼ਕਤੀ ਤੋਂ, ਤੇ ਅਜੇ ਨਜ਼ਰ ਨਹੀਂ ਉਹ ਬਣ ਸਕੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਰੱਬੀ ਬਾਣੀ ਦੇ ਬੋਲ ਨੇ ਨਾ, ਕਹਿਣ ਲੱਗੇ ਚੱਲ ਜਦੋਂ ਬਚਪਨ ਸੀ ਉਹ ਤੇ ਗੁਜ਼ਰ ਗਿਆ ਖੇਡਾਂ 'ਚ, ਤੇ ਬੇਪਰਵਾਹੀ ਵਿੱਚ ਬੰਦਾ ਕਹਿੰਦਾ ਜਵਾਨੀ ਆਏਗੀ, ਜਵਾਨੀ ਆ ਗਈ ਤੇ ਜਵਾਨੀ ਗਵਾਲੀ ਵਕਾਰਾਂ ਵਿੱਚ, ਤੇ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਹੁਣ ਤੇ ਬੁਢੇਪਾ ਆ ਗਿਆ, ਤੇ ਹੁਣ ਹੀ ਕੁਝ ਨਾ ਕੁਝ ਸੋਚ ਲੈ। ਸਿਰ ਕੰਪਿਓ ਪੱਗ ਡਗ ਮਗੇ ਤਨਹੀਨਾ, ਸਿਰ ਕੰਪਿਓ ਪੱਗ ਡਗ ਮਗੇ ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਵਿਦ ਭਈ। ਆਹ ਅਵਸਥਾ ਬਣ ਗਈ ਹੈ, ਸਿਰ ਕੰਬਦਾ, ਪੈਰ ਡਗ ਮਗਾਉਂਦੇ ਹੈ, ਅੱਖਾਂ ਦੀ ਜੋਤ ਜਵਾਬ ਦੇ ਗਈ। ਆਹ ਅਵਸਥਾ ਬਣ ਗਈ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਵਿਦ ਭਈ। ਤੇ ਭਲਾ ਕਰਦਾ ਕੀ ਹੈ? ਤਉ ਨਾ ਹਰ ਰਸ ਲੀਨ। ਅਜੇ ਵੀ ਜਿੰਨਾ ਕੁ ਸੁਣਦਾ ਅਜੇ ਕੋਈ ਵਾਹਿਗੁਰੂ ਸੁਣ ਲਿਆ ਕਰ, ਅਜੇ ਕੋਈ ਜਪਜੀ ਸਾਹਿਬ ਸੁਣ ਲਿਆ ਕਰ, ਅਜੇ ਕੋਈ ਕਥਾ ਕੀਰਤਨ ਸੁਣ ਲਿਆ ਕਰ। ਸਾਹਿਬ ਕਹਿੰਦੇ ਅਜੇ ਵੀ ਅਵਸਥਾ ਨਹੀਂ ਬਣਾਉਂਦਾ, ਅਜੇ ਵੀ ਵਕਾਰਾਂ ਵੱਲ ਭੱਜਦਾ, ਨੈਣੀ ਦ੍ਰਿਸ਼ਟ ਨਹੀਂ ਤਨਹੀਨਾ। ਤੇ ਕਿਤੇ ਭਗਤ ਸਾਹਿਬ ਜੀ ਨੇ ਕਿਹਾ ਨਾ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧ ਬਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰਹਿ ਪ੍ਰਾਨੀ। ਜਦੋਂ ਸਮਾਂ ਸੀ ਗਵਾਲਿਆ, ਯਾਦ ਰੱਖਿਓ ਬੇਨਤੀ ਨੂੰ ਪਿਆਰ ਨਾਲ, ਇਹ ਘਰ ਵਿੱਚ ਬੜੀਆਂ ਵਡਿਆਈਆਂ ਨੇ, ਕੋਈ ਸ਼ੱਕ ਨਹੀਂ, ਪਰ ਸਾਰੇ ਗੁਰੂ ਅਮਰਦਾਸ ਸਾਹਿਬ ਨਹੀਂ ਬਣ ਸਕਦੇ। ਬੰਦਾ ਇਹ ਆਸ ਵਿੱਚ ਜਵਾਨੀ ਲੰਘਾ ਦੇਵੇ
भी कोई गल नहीं, गुरु अमरदास साहब ने 60 साल की उम्र सेवा शुरू की, नहीं भलिया, ये गुरु की मर्जी है, वो दृष्टि कर देवे, कृपा कर देवे, ये मेरे दाते की मर्जी है, पर यतन कर ये तो पहला कि शरीर जवाब दे जाए। तो सतगुरु कहते जिद्दे जवाब दिता, जार जीतिया जर कहीए बुढ़ेपा, ते जर दे रारे नूं सिहारी भी जिस दिन बुढ़ेपे ने शरीर नूं जित लिया, जर जीतिया सिर कालो, ते सिर दे उपर मौत मंडराउंदी है। हुण पूरी पंक्ति वाली ध्यान दिओ, जदों तन हीना हो गया ना, कमजोर हो गया, ते साहब कहंदे उहदे मन भी धाहा मारदा है, चब्बन चलन रतन से सुनियर बह गए। पहला कहंदा सी ना, मेरे कन बड़ी दूर तक सुनते हैं, मेरी अखां बड़ी दूर तक वेखदियां। फिर बेनती करदे आ, जिन्हों कलियां अखां ते विश्वास है ना, ते आ वेखिया जे कदे 60-65 साल की उम्र तो बाद वाले उन्हां नूं पुछे, वो भी कहंदे सी भी असीं बड़ी दूर तक वेखने आ। हुण ते अपने टेबल ते पईयां भी वस्तुआं ऐनक तो बिना नहीं दिसदियां, ते इन्हां अखां नाल वेखण वालीआं चीज़ां ते किन्ना क भरोसा करेगा। क्योंकि बंदे, गुरु ग्रंथ साहिब दे बचन, बंदे चशम दीदंग, दीदे कहिए फारसी विच अखां, बंदे चशम दीदंग फनाए, जिन्ना कुछ अखां नाल वेखदा समेत ये अखां सब कुछ फना होने वाला है, रहन वाला बनासी एक रब ते रब दा नाम। फिर समझियो नैनी दृष्ट नहीं, तन हीना जर जीतिया सिर कालो। ते फिर बेनती चेते रखियो, ओदे बंदा पछताउंदा है, पहला इहनूं माण सी अपने दंदां ते चब्बण, दूजा माण सी पैरां ते चलण, ते तीजा माण सी अपणियां अखां ते चौथा माण सी अपने कन्नां ते। ते गुरु ग्रंथ साहिब कहंदे चारे ही बह गए। वेखो आपां ते धीआं पुत्तरा माता पिता नूं साथी मनदे ना, गुरु ग्रंथ साहिब कहंदे जिहड़े आ साथी है ना, इन्हां ने भी जवाब दे देना एक दिन। चब्बन चलन रतन से सुनियार बह गए, बह गए का अर्थ है जवाब दे गए। जिहड़ी चीज चलन तो जवाब दे जाए, असमर्थ हो जाए, वो बह जाती ना। आपां कहने बह गया, रह गया, खत्म हो गया। तो उदे की हुंदा, हेड़े मुत्ती धा से जानी चल गए। इसलिए साहब कहते नैनी दृष्ट नहीं, तन हीना जर जीतिया, बुढ़ेपे ने शरीर नूं जित लिया। बड़े प्रमाण ने रब्बी बाणी अंदर साहब दे अमृत बचन ने, ये तो पहला कि बुढ़ेपा आए, ध्यान दिओ, वो तो पहला रब का नाम जपिया कर। जब लग जरा रोग नहीं आया, जब लग काल ग्रसी नहीं काया सिर कालो। जिन्नी देर शरीर नूं अजे मौत ने ये वख नहीं किया जीव आत्मा ते शरीर नूं, जब लग काल ग्रसी नहीं काया, जब लग बिकल भई नहीं बानी, जिन्नी देर तक जीव थथलाउण नहीं लगदे, भाव कि बुढ़ेपा नहीं आ जाता। जब लग काल ग्रसी नहीं काया, जब लग बिकल भई नहीं बानी, भज ले रे मन हर जप नहीं की होएगा जन्म गयो, भज ले रे मन सारंग पानी। ते किते साहब कहंदे अब ना भजस, भजस कब भाई, आव है अंत ना भजिया जाई। तू तो सोच रहा ना अज नहीं कल, ते अज कल करदे आ। काल व्यापा जर जीतिया सिर कालो, ते सिर ते है मौत। एक नुकता सुनियो, तुसी हमेशा वो चीज़ तो अपनी सिक्योर, अपनी सेफ्टी, अपनी सुरक्षा कर सकते हो। सुनियो, जिहड़ी बाहरों आउणी वो तो सुरक्षा कर सकते हो ना। ते जिंदगी विच ये गल भुलेखा कढ के जिउओ, मौत ने बाहरों नहीं आउणा, तां ही ते मौत तो अज तक कोई बच नहीं सकिया। मौत के अर्थ भी सुनियो गुरमत अनुसार बिल्कुल संखेप। जन्म कहंदे ने शरीर ते जीव आत्मा के मिलाप नूं, जीवन कहंदे ने जिन्नी देर जीव जमा अन, शरीर ते जीव आत्मा इकट्ठे चलते हैं। मौत की है? वैसे जो आप गुरमत विच मौत के अर्थ वेखांगे ना, मौत के अर्थ ने शरीर ते जीव आत्मा का विछोड़ा। सबना मरना आया, बेछोड़ा सब नाहा, पुछो हो जाए सियाणिया, अगे मिलन किनहा। पता नहीं कद जाके मनुखा शरीर मिले, हुण संभल। ते इहनूं कहंदे मौत शरीर ते जीव आत्मा का विछोड़ा। मौत है सिर ते, सिर ते दा अर्थ है श्वास गिण के मिले ने। जिन्नी देर श्वास ने सुनियो, जीव आत्मा ते शरीर उन्नी देर इकट्ठे रह सकते हैं। जिद्दे श्वासां की गिणती संपन्न हो गई, दुनिया की कोई ताकत नहीं जिहड़ी दोवां नूं इकट्ठे रख देवे। जब लग तेल दीवै मुख बाती, तब सूझै सब कोई,
तेल जलै बाती ठहरानी, सूना मंदिर होई रे बौरे, तोहे घरी ना रखै कोई, तू राम नाम जप सोई प्रानी, हर जप जन्म गयो। इसलिए साहब कहते मिरत हासा सर ऊपर है। साहब ने रब्बी बाणी अंदर बड़ियां बख्शां कीतियां ने, कदे पढ़िओ। असीं कही जाने एक दूजे नूं भी आप बाणी पढ़िया करो, तो मैनूं दुख हुंदा, मैं शब्द कहण लगा क्रिटिसाइड नहीं, ਜਿਹੜੇ ਦੂਜਿਆਂ ਨੂੰ ਕਹਿ ਰਹੇ ਨੇ ਨਾ ਤੇ ਉਹਨਾਂ ਦੇ ਮੁਖ ਤੋਂ ਜਦੋਂ ਸੁਣੀਦਾ ਇੰਨੀ ਚੜ੍ਹਦੀ ਕਲਾ, ਉਹਨਾਂ ਨੂੰ ਪਤਾ ਹੀ ਨਹੀਂ ਵੀ ਥੱਲੇ ਸ਼ਬਦ ਕਿਹੜਾ ਹੈ, ਸਰਲੇਖ ਕਿਹੜਾ, ਕੋਈ ਪਤਾ ਨਹੀਂ। ਬੜੇ ਪ੍ਰਮਾਣ ਨੇ। ਖੈਰ ਗੁਰੂ ਸਾਹਿਬ ਰਹਿਮਤ ਕਰਨ। ਸਿਰ ਕਾਲੋ ਮਿਰਤ ਹਸੈ ਸਰ ਉੱਪਰ ਹੈ, ਪਸ਼ੂਆ ਨਹੀਂ ਬੁੱਝੈ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਇੱਥੋਂ ਤੱਕ ਕਿਹਾ, ਕਹਿੰਦੇ ਮੌਤ ਦਾ ਸੱਪ ਤੇਰੇ ਸਿਰ ਤੇ ਹੈ, ਮੂੰਹ ਉਹਨੇ ਅੱਡਿਆ ਹੋਇਆ ਹੈ, ਬਸ ਉਹਨੇ ਮੂੰਹ ਅੱਡਿਆ ਤੇ ਫਰਕ ਇੰਨਾ ਹੀ ਹੈ ਵੀ ਅਜੇ ਡੰਗ ਨਹੀਂ ਮਾਰਿਆ। ਸਾਹਿਬ ਦੇ ਅੰਮ੍ਰਿਤ ਬਚਨ ਨਾ ਕਾਲ ਬਿਆਲ ਕਹਿੰਦੇ ਸੱਪ ਨੂੰ, ਕਾਲ ਬਿਆਲ ਜੋ ਪਰਿਓ ਡੋਲਾ ਮੁੱਖ ਪਸਾਰੈ ਮੀਤ, ਮੂੰਹ ਅੱਡਿਆ ਹੋਇਆ, ਬਸ ਡੰਗ ਦੀ ਤਿਆਰੀ ਹੈ, ਵਾਰੀ ਵਿੱਚ ਤੂੰ ਲੱਗਾ ਹੋਇਆ। ਵੇਖੋ ਕਿੰਨਾ ਮੌਤ ਨੂੰ ਨੇੜਿਓਂ ਵਿਖਾਇਆ। ਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਦੋ ਮਹਾਂਪੁਰਖਾਂ ਦੀ ਬਾਣੀ ਪੜ੍ਹਿਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਸੂਫੀ ਫਕੀਰ ਧੰਨ ਬਾਬਾ ਫਰੀਦ ਸਾਹਿਬ, ਐਨ ਮੌਤ ਨੂੰ ਨੇੜਿਓਂ ਵਿਖਾਉਂਦੇ ਆ ਵੀ ਵੇਖ। ਤੇ ਸਾਹਿਬ ਨੇ ਕਿਹਾ ਜਰ ਜੀਤਿਆ ਸਿਰ ਕਾਲੋ, ਮੌਤ ਸਿਰ ਤੇ ਛੱਡੇਗੀ ਨਹੀਂ, ਰੂਪ ਰੰਗ ਰਹੱਸ ਨਹੀਂ ਸਾਚਾ, ਕਿਉਂ ਛੋੜੈ ਜਮ ਜਾਲੋ। ਬੰਦਾ ਹਰੇਕ ਮੌਤ ਤੋਂ ਡਰਦਾ ਤੇ ਦੂਜਾ ਡਰਦਾ ਮੌਤ ਹੋਵੇਗੀ ਕਿਵੇਂ, ਕਿਆ ਜਾਣਾ ਕਿਬ ਮਰੇਂਗੇ, ਕੈਸਾ ਮਰਨਾ ਹੋਏ। ਪਰ ਮੁਕਤ ਹੋ ਸਕਦਾ ਜੇਕਰ ਸਾਹਿਬ ਮਨੋ ਨਾ ਵਿਸਰੈ, ਪ੍ਰਾਨੀ ਹਰ ਜਪ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜਿਹਨੂੰ ਸਾਹਿਬ ਨਹੀਂ ਵਿਸਰਦਾ ਉਹ ਆਰੇ ਥੱਲੇ ਖੜ ਕੇ ਵੀ ਗਾਉਂਦਾ ਵੀ ਆਰਾ ਪਿਆਰਾ ਲਾਗਤ ਹੈ। ਜਿਹਨੂੰ ਸਾਹਿਬ ਨਹੀਂ ਵਿਸਰਦਾ ਉਹ ਪੁੱਤਰ ਦਾ ਕਲੇਜਾ ਮੂੰਹ 'ਚ ਪਾ ਕੇ ਵੀ ਗਾਉਂਦਾ ਹੈ ਵੀ ਸਿਰ ਜਾਵੇ ਤਾਂ ਜਾਵੇ, ਸਿੱਖੀ ਸਿਦਕ ਨਾ ਜਾਵੇ। ਜਿਹਨੂੰ ਸਾਹਿਬ ਨਹੀਂ ਵਿਸਰਦਾ ਉਹ ਚਰਖੜੀ ਤੇ 19 ਸਾਲ ਦੇ ਪੁੱਤਰ ਨੂੰ ਚੜਾ ਕੇ ਵੀ ਗਾਉਂਦਾ ਹੈ ਵੀ ਸਿੱਖੀ ਸਿਦਕ ਨਹੀਂ ਹਾਰਨਾ ਚਾਹੀਦਾ, ਇਹ ਸਰੀਰ ਤੇ ਜਾਨ ਆਉਣ ਦੀ ਖੇਡ ਹੈ। ਇਸ ਲਈ ਸੰਗਤ ਜੀ ਸਾਹਿਬ ਕਹਿੰਦੇ ਜੇ ਰੱਬ ਦਾ ਨਾਮ ਨਾ ਜਪਿਆ ਫਿਰ ਰੂਪ ਰੰਗ ਰਹੱਸ, ਫਿਰ ਤੂੰ ਆਪਣਾ ਰੂਪ ਰੱਬ ਵਾਲਾ ਨਹੀਂ ਬਣਾਇਆ, ਤੈਨੂੰ ਉਹ ਜਾ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ ਉਹ ਨਹੀਂ ਲੱਗ ਸਕਿਆ। ਰਹੱਸ ਕਹਿੰਦੇ ਨੇ ਅੰਦਰ ਦਾ ਭੇਦ, ਅੰਦਰ ਦਾ ਰਸ। ਤੇ ਜਿੰਨੀ ਦੇਰ ਇਹ ਤਿੰਨੇ ਚੀਜ਼ਾਂ ਪੈਦਾ ਨਹੀਂ ਹੁੰਦੀਆਂ ਉਨੀ ਦੇਰ ਤੂੰ ਸਦੀਵੀ ਨਹੀਂ ਰਹਿ ਸਕਦਾ। ਰੂਪ ਰੰਗ ਰਹੱਸ ਨਹੀਂ ਸਾਚਾ, ਕਿਉਂ ਛੋੜੈ ਜਮ ਜਾਲੋ। ਇਸ ਤਰੀਕੇ ਨਾਲ ਜਮ ਦਾ ਜਾਲ, ਜਮ ਦੀ ਫਾਹੀ ਤੋਂ ਤੂੰ ਬਚ ਨਹੀਂ ਸਕਦਾ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਬਚ ਕਿਵੇਂ ਸਕਦਾ, ਏਕ ਜੋ ਸਾਧੂ ਮੋਹੇ ਮਿਲਿਓ, ਤਨ ਲਿਓ ਅੰਚੁਲ ਲਾਏ। ਉਹਦੇ ਪੱਲੇ ਲੱਗ, ਗੁਰੂ ਸ਼ਬਦ ਨਾਲ ਜੁੜ, ਤੇ ਜੁੜਿਆ ਕਿਵੇਂ ਜਾਏਗਾ। ਪ੍ਰਾਨੀ ਹਰ ਜਪ ਜਨਮ ਗਇਓ, ਰੱਬ ਦਾ ਨਾਮ ਜਪਿਆ ਕਰ। ਫਿਰ ਬੇਨਤੀ ਕਰਦੇ ਹਾਂ, ਸੁਣਿਓ। ਮੇਰੇ ਵਰਗਾ ਕੋਈ ਕੁਝ ਕਹੇ, ਵੇਖੋ ਬੇਨਤੀ ਸਮਝਿਓ। ਗੁਰੂ ਗ੍ਰੰਥ ਸਾਹਿਬ ਵੀ ਜਪ ਦੀ ਗੱਲ ਕਰਦੇ, ਭਾਈ ਗੁਰਦਾਸ ਸਾਹਿਬ ਵੀ ਕਰਦੇ ਨੇ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਨਾ ਜਪਿਆ ਜਨਮ ਹਾਰ ਜਾਏਗਾ। ਸਮਾਂ ਨਹੀਂ, ਪਰ ਬੇਨਤੀ ਸਮਝਿਓ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਜਿਵੇਂ ਅਸੀਂ ਅੱਜ ਕਹਿੰਦੇ ਨਾ, ਫਿਰ ਇੱਥੇ ਵੀ ਰੁਕ ਕੇ ਥੋੜੀ ਬੇਨਤੀ ਕਰਦੇ ਹਾਂ। ਅਸੀਂ ਅੱਜ ਇਸ ਗੱਲ ਤੇ ਆ ਗਏ, ਵੇਖੋ ਆਪਣੀ ਵਿਚਾਰਧਾਰਾ ਕਿਸੇ ਦੀ ਵੱਖਰੀ ਹੋਏ, ਉਹ ਕੋਈ ਕੁਝ ਕਹੇ, ਸਾਨੂੰ ਕੋਈ ਦੁੱਖ ਨਹੀਂ। ਪਰ ਯਾਦ ਰੱਖਿਓ ਜਦੋਂ ਗੁਰੂ ਦੀ ਗੱਲ ਕਰਨ ਦੇ ਬਹਾਨੇ ਕੋਈ ਉਹ ਸੋਚ ਸਿੱਖੀ ਵਿੱਚ ਵਾੜੇ ਫਿਰ ਦੁੱਖ ਤੇ ਲੱਗੇਗਾ। ਗੁਰੂ ਦਰ ਦੇ ਅਸੀਂ ਕੁਕਰ ਹਾਂ, ਗੁਰੂ ਦੀਆਂ ਦਿੱਤੀਆਂ ਤੁਹਾਡੀਆਂ ਰੱਖੀਆਂ ਭਟਾਵਾਂ ਨਾਲ ਸਾਡੇ ਪਰਿਵਾਰ ਤੇ ਮਹਿਲ ਬਣਦੇ ਨੇ। ਤੇ ਫਿਰ ਜੇ ਬੰਦਾ ਚੁੱਪ ਹੋ ਜਾਏ ਤੇ ਫਿਰ ਉਹ ਗੁਰੂ ਦਾ ਦੋਸ਼ੀ ਹੈ ਨਾ। ਹੁਣ ਗੁਰੂ ਸਾਹਿਬ ਨੇ ਗੱਲ ਪ੍ਰਵਾਨੀ ਜਿਹੜੀ ਬੇਨਤੀ ਕਰਨੀ ਚਾਹਣਾ, ਅੱਜ ਅਸੀਂ ਕਹਿੰਦੇ ਵੀ ਅੱਗੇ ਕੁਝ ਨਹੀਂ, ਕੋਈ ਜਨਮ ਨਹੀਂ, ਕੋਈ ਅੱਗੇ ਕੁਝ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਓ, ਪਹਿਲਾਂ ਲਿਓ ਸਮਾਜਿਕ ਪੱਖ, ਸਮਝੋ ਪ੍ਰਾਨੀ ਹਰ ਜਪ ਜਨਮ ਗਇਓ। ਜਾਣਾ ਫਿਊਚਰ ਟੈਂਸ ਹੈ ਨਾ, ਤੇ ਰਹਿਣਾ ਪ੍ਰੈਜ਼ੈਂਟ ਹੈ। ਗੁਰੂ ਸਾਹਿਬ ਨੇ ਵਾਰ-ਵਾਰ ਜਾਣ ਦੀ ਗੱਲ ਕੀਤੀ ਹੈ। ਪਈ ਅੜੈ ਸਹੁ ਸੇਵ ਤੂੰ, ਸਹੁਰੜੈ ਸੁਖ ਵਸ, ਗੁਰਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨ ਲੱਗੈ ਦੁੱਖ, ਪੇਵ ਕੜੈ ਦਿਨ ਚਾਰ ਹੈ, ਸਹੁਰੜੈ ਜਾਣਾ। ਕਿੰਨੇ ਪ੍ਰਮਾਣ ਨੇ। ਸਤਿਗੁਰੂ ਕਹਿੰਦੇ ਪੇਵ ਕੜੈ ਦਿਨ ਚਾਰ ਹੈ। ਹੁਣ ਜਿਹੜਾ ਬੰਦਾ ਇਹ ਗੱਲ ਕਵੇ, ਦੁਨੀਆ ਵਿੱਚ ਸਮਾਜ ਵਿੱਚ ਵੀ ਕੋਈ ਸਹੁਰਾ ਘਰ ਨਹੀਂ ਹੁੰਦਾ, ਤੇ ਆਪਾਂ ਕਵਾਂਗੇ ਬੰਦੇ ਨੂੰ ਸਮਾਜ ਦੀ ਕੋਈ ਜਾਣਕਾਰੀ ਨਹੀਂ। ਜਿਹੜਾ ਬੰਦਾ, ਫਿਰ ਸੁਣਿਓ, ਜਿਹੜਾ ਕੋਈ ਵੀ ਪੁਰਸ਼ ਔਰਤ ਇਹ ਗੱਲ ਕਵੇ ਵੀ ਵੇਖੋ ਜੀ ਕੋਈ ਸਹੁਰਾ ਘਰ ਨਹੀਂ ਹੁੰਦਾ, ਪੇਕਾ ਹੀ ਹੁੰਦਾ ਇਕੱਲਾ,
ਤੇ ਉਹਨੂੰ ਕਹਿਣਾ ਪਏਗਾ ਵੀ ਤੈਨੂੰ ਸਮਾਜ ਦੀ ਕੋਈ ਜਾਣਕਾਰੀ ਨਹੀਂ, ਤੇ ਜਿਹੜਾ ਕਹੇ ਵੀ ਇੱਥੇ ਦੁਨੀਆ ਹੀ ਸਭ ਕੁਝ ਹੈ, ਕੋਈ ਅੱਗੇ ਜਨਮ ਨਹੀਂ ਤੇ ਕੋਈ ਫਿਰ ਮੌਤ ਨਹੀਂ, ਤੇ ਉਹਨੂੰ ਕਹਿਣਾ ਪਏਗਾ ਵੀ ਫਿਰ ਗੁਰੂ ਸਾਹਿਬ ਕਿਹਦੀ ਗੱਲ ਕਰਦੇ ਐ, ਉਹ ਕਿਹੜਾ ਘਰ ਹੈ, ਪੇਕਾ ਘਰ ਛੱਡ ਕੇ ਸਹੁਰੇ ਘਰ ਜਾਣਾ ਹੈ, ਤੇ ਸਤਿਗੁਰੂ ਨੇ ਤੇ ਮੋਹਰ ਲਾਈ ਵੀ ਇੱਥੇ ਤੇ ਦਿਨ 4 ਹੈ, ਉੱਥੇ ਜਾਣਾ ਹੈ। ਇੱਥੋਂ ਤੱਕ ਕਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ, ਕਹਿੰਦੇ ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾ ਹੈ। ਕਿੰਨੇ ਪ੍ਰਮਾਣ ਦਿੱਤੇ ਜਾ ਸਕਦੇ ਨੇ। ਇਸ ਲਈ ਸੰਗਤ ਜੀ ਇਸ ਬੇਨਤੀ ਨੂੰ ਬੜੇ ਪਿਆਰ ਭਾਵ ਨਾਲ ਸਮਝਿਓ। ਪ੍ਰਾਨੀ ਹਰ ਜਪ ਨਾ ਜਪਿਆ ਜਨਮ ਗਇਓ, ਸਾਚ ਸ਼ਬਦ ਬਿਨ ਕਬਹੂ ਨਾ ਛੂਟਸ। ਗੁਰੂ ਦੇ ਸ਼ਬਦ ਬਿਨਾ, ਗੁਰੂ ਕੀ ਬਾਣੀ ਬਿਨਾ ਕਦੇ ਵੀ ਪਾਰ ਉਤਾਰਾ ਨਹੀਂ ਹੋ ਸਕਦਾ। ਬਿਰਥਾ ਜਨਮ ਭਇਓ, ਆਹ ਜਨਮ ਵੀ ਬਿਰਥਾ ਚਲਾ ਜਾਏਗਾ। ਤੇ ਯਾਦ ਰੱਖੀਏ ਜਨਮ ਤੋਂ ਬਾਅਦ, ਹੁਣ ਭਾਈ ਗੁਰਦਾਸ ਸਾਹਿਬ ਦੇ ਪ੍ਰਮਾਣ ਪੜ੍ਹਦੇ ਹਾਂ ਅੱਗੇ ਚੱਲਣ ਤੋਂ ਪਹਿਲਾਂ ਰਾਹੋ ਦੀ ਪੰਕਤੀ ਤੇ ਭਾਈ ਗੁਰਦਾਸ ਜੀ ਕਹਿੰਦੇ ਮਾਨਸ ਦੇਹ ਦੁਲੰਭ ਹੈ, ਚੇਤੇ ਰੱਖਿਆ ਜੇ ਕਿੰਨਿਆਂ ਯੁੱਗਾਂ ਬਾਅਦ, ਕਿੰਨੇ ਸਮੇਂ ਬਾਅਦ ਇਹ ਜਨਮ ਹੈ ਜਿਹੜਾ ਮਿਲਿਆ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਹੋਰ ਬੜੇ ਪ੍ਰਮਾਣ ਨੇ, ਜੇ ਪੜ੍ਹੀਏ ਬੜਾ ਸਮਾਂ ਚਾਹੀਦਾ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਅਗਲੀਆਂ ਪੰਕਤੀਆਂ ਵੱਲ ਧਿਆਨ ਦਿਓ। ਮਿਲ ਜਗਦੀਸ਼ ਜਗਤ ਜਮਾਂ ਈਸ, ਇਹ ਦੋ ਸ਼ਬਦਾਂ ਤੋਂ ਸੰਧੀ ਹੋ ਕੇ ਸ਼ਬਦ ਬਣਿਆ ਜਗਤ ਦਾ ਮਾਲਕ ਪਰਮਾਤਮਾ। ਮਿਲ ਜਗਦੀਸ਼ ਮਿਲਣ ਕੀ ਬਰੀਆ। ਅਗਲਾ ਸ਼ਬਦ ਹੋਰ ਵੀ ਧਿਆਨ ਨਾਲ ਸੁਣਿਓ, ਚਿਰੰਕਾਲ ਲੌਂਗ ਟਾਈਮ, ਬੜੇ ਲੰਮੇ ਸਮੇਂ ਬਾਅਦ। ਚਿਰੰਕਾਲ ਇਹ ਦੇਹ ਸੰਜਰੀਆ, ਬਹੁਤ ਸਮੇਂ ਬਾਅਦ ਇਹ ਦੇਹ ਤਿਆਰ ਕਰਕੇ ਰੱਬ ਨੇ ਤੈਨੂੰ ਦਿੱਤੀ ਹੈ, ਇਹਦਾ ਮੌਕਾ ਦਿੱਤਾ ਹੈ। ਤੇ ਸਤਿਗੁਰੂ ਕਹਿੰਦੇ ਹੁਣ ਵੀ ਨਾ ਮਿਲਿਆ, ਵੱਵਾ ਵਾਰੀ ਆਈਆ ਮੂੜੇ ਬਾਸ ਦਿਓ ਤੁਧ ਬੀਥਰਿਆ, ਇਹ ਵੇਲਾ ਨਾ ਲਹਿਸੇ ਮੂੜੇ ਫਿਰ ਤੂੰ ਜਮ ਕੇ ਵਸ ਪਿਆ। ਹੁਣ ਗੁਰੂ ਸਾਹਿਬ ਤੇ ਸਪਸ਼ਟ ਕਹਿ ਰਹੇ ਨੇ, ਤੇ ਜਿਹੜੇ ਸੱਜਣ ਸੁਣਾ ਰਹੇ ਨੇ ਇਹ ਉਹਨਾਂ ਨੂੰ ਪਤਾ ਹੋਏਗਾ ਵੀ ਉਹ ਕਿਹੜੀ ਗੁਰਮਤਿ ਦੀ ਗੱਲ ਕਰਦੇ ਨੇ, ਉਹ ਕਿੱਥੇ ਲਿਖਿਆ ਹੋਇਆ। ਅਗਲੀ ਬੇਨਤੀ ਫਿਰ ਸੁਣ ਲਿਓ ਪਿਆਰ ਨਾਲ। ਤੀਜਾ ਪ੍ਰਮਾਣ, ਜਿਨ੍ਹਾਂ ਨੇ ਇਹ ਬਹਾਨਾ ਘੜਿਆ ਨਾ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ 'ਚ ਹਵਾਲੇ ਦਿੱਤੇ ਹੈ, ਇੱਕ ਨੁਕਤਾ ਸੁਣਿਓ ਠੇਠ ਪੰਜਾਬੀ ਦਾ। ਹਵਾਲਾ ਉਹਦਾ ਦਿੱਤਾ ਜਾਂਦਾ ਜਿਹੜੀ ਚੀਜ਼ ਹੁੰਦੀ ਹੈ, ਤੁਸੀਂ ਰੈਫਰੈਂਸ ਕਹਿੰਦੇ ਹੋ ਨਾ, ਹਵਾਲਾ ਕਹਿ ਲਓ। ਤੁਸੀਂ ਕਿਸੇ ਕਿਤਾਬ ਦਾ ਰੈਫਰੈਂਸ ਦਿਓ ਤੇ ਉਹ ਕਿਤਾਬ ਮੌਜੂਦ ਹੁੰਦੀ ਨਾ, ਤਾਂ ਹੀ ਹਵਾਲਾ ਦਿੱਤਾ ਜਾਂਦਾ। ਹੋਰ ਸੌਖਾ ਕਰਦੇ ਆ, ਮੰਨ ਲਓ ਉਦਾਹਰਨ ਹੈ ਕਿਸੇ ਬੰਦੇ ਦਾ ਰੰਗ ਕਾਲਾ ਹੈ ਤੇ ਆਪਾਂ ਕਹਿੰਦੇ ਆ ਵੀ ਇਹ ਕਾਂ ਵਰਗਾ ਕਾਲਾ ਹੈ, ਤੇ ਜੇ ਹੁਣ ਕੱਲ ਨੂੰ ਕੋਈ ਬੰਦਾ ਕਹੇ ਵੀ ਇਹ ਤਾਂ ਕਾਂ ਦਾ ਹਵਾਲਾ ਹੀ ਦਿੱਤਾ ਹੈ, ਤੇ ਹੋਰ ਕਾਂ ਹਰੇ ਹੁੰਦੇ ਆ ਜਾਂ ਕਾਂ ਪੀਲੇ ਹੁੰਦੇ ਆ। ਕਾਂ ਕਾਲਾ ਤੇ ਹਵਾਲਾ ਤਾਂ ਹੀ ਦਿੱਤਾ ਹੈ ਨਾ, ਤੇ ਜੇ ਕਾਂ ਕਾਲਾ ਨਾ ਹੁੰਦਾ ਤੇ ਹਵਾਲਾ ਕਿਉਂ ਦਿੱਤਾ ਜਾਂਦਾ। ਰੈਫਰੈਂਸ ਹਵਾਲਾ ਤਾਂ ਹੀ ਦਿੱਤਾ ਜਾਂਦਾ ਹੁੰਦਾ ਹੈ। ਇਸ ਲਈ ਚੇਤੇ ਰੱਖਿਓ। ਸਾਹਿਬ ਕਹਿੰਦੇ ਨਹੀਂ ਇਹ ਜਨਮ ਚਲਾ ਜਾਏਗਾ, ਤੇ ਭਾਈ ਗੁਰਦਾਸ ਜੀ ਨੂੰ ਵੀ ਕਹਿਣਾ ਪਿਆ, ਕਹਿਣ ਲੱਗੇ ਮਾਨਸ ਦੇਹ ਦੁਲੰਭ ਹੈ, ਜੁਗਾਂ ਜੁਗਾਂ ਬਾਅਦ ਜੁਗ ਜੁਗ ਫੇਰ ਪਵਾਈ ਹੈ, ਫਿਰ ਮਿਲੀ ਹੈ, ਇੱਥੇ ਹੀ ਬਸ ਨਹੀਂ ਉਦੋਂ ਅੱਗੇ। ਭਾਈ ਗੁਰਦਾਸ ਜੀ ਕਹਿੰਦੇ ਉੱਤਮ ਜਨਮ ਦੁਲੰਭ ਹੈ, ਇੱਕ ਵਾਕੀ ਕੋੜ ਮਾਂ ਵਿਚਾਰੀ। ਇਹ ਜਿਹੜਾ ਮਨੁੱਖਾ ਜਨਮ ਇਹ ਵੀ ਦੁਲੰਭ ਹੈ। ਫੇਰ ਅੱਗੇ ਦੁਲੰਭ ਗੱਲ ਹੈ ਜੇ ਕਿਸੇ ਗਿਆਨਵਰ ਦੇ ਘਰ ਜਨਮ ਹੋ ਜਾਏ। ਤੀਜਾ ਉਦੋਂ ਵੀ ਦੁਲੰਭ ਗੱਲ ਹੈ ਜੇ ਰੱਬ ਕਿਰਪਾ ਕਰੇ ਕਿਸੇ ਸਮਰੱਥ ਭਾਵ ਧਨੀ ਮਾਤਾ ਪਿਤਾ ਦੇ ਘਰ ਜਨਮ ਹੋ ਜਾਏ। ਭਾਈ ਗੁਰਦਾਸ ਸਾਹਿਬ ਜੀ ਨੂੰ ਕਹਿਣਾ ਪਿਆ, ਕਹਿਣ ਲੱਗੇ ਇੱਥੇ ਬਸ ਨਹੀਂ, ਭਾਗਠ ਮਾਤ ਪਿਤਾ ਹਿਤਕਾਰੀ। ਤੇ ਸਭ ਤੋਂ ਦੁਲੰਭ ਗੱਲ ਹੈ ਸਾਧ ਸੰਗ ਦੁਲੰਭ ਹੈ, ਗੁਰਮੁਖ ਸੁਖ ਫਲ ਭਗਤ ਪਿਆਰੀ। ਜੇ ਨਾ ਕੀਤੀ ਫਿਰ ਕੀ ਹੋਏਗਾ। ਮਾਇਆ ਫਾਥਾ ਜਾਲ ਹੈ, ਮਾਇਆ ਫਾਥਾ ਜਾਲ ਹੈ, ਪੰਚ ਦੂਤ ਜਮਕਾਲ ਸਿਰ ਭਾਰੀ। ਤੇ ਭਾਈ ਗੁਰਦਾਸ ਜੀ ਕਹਿੰਦੇ ਹਾਲਤ ਬਣ ਜਾਂਦੀ ਹੈ ਜਿਉਂ ਕਰ ਸਾਹਾ, ਜਿਵੇਂ ਸਾਹਾ ਜਿਉਂ ਕਰ ਸਾਹਾ ਵਹੀਰ ਵਿੱਚ, ਜਿਵੇਂ ਸ਼ਾਹ ਵਹੀਰ ਵਿੱਚ ਕੋਈ ਸਹਿਆ ਕਿਸੇ ਭੀੜ ਵਿੱਚ ਫਸ ਜਾਏ ਤੇ ਪਰ ਹੱਥ ਪਾਸਾ ਪੌਸ਼ਕ ਸ਼ਾਰੀ, ਉਹਨੂੰ ਡਰ ਹੁੰਦਾ ਵੀ ਪਤਾ ਨਹੀਂ ਕਦੋਂ ਮਰ ਜਾਏ। ਇਵੇਂ ਜੇ ਰੱਬ ਦਾ ਨਾਮ ਨਾ ਜਪਿਆ ਜੀ, ਫਿਰ ਸਾਹਿਬ ਕਹਿੰਦੇ ਸਾਚ ਸ਼ਬਦ ਬਿਨ ਕਬਹੂ ਨਾ ਛੂਟਸ, ਬਿਰਥਾ ਜਨਮ ਭਇਓ ਰਹਾਓ। ਤੇ ਕਿਉਂ ਹੋ ਰਿਹਾ ਹੈ ਜੇ ਰੱਬ ਦਾ ਨਾਮ ਨਹੀਂ ਜਪਿਆ ਫਿਰ ਕੀ ਹੁੰਦਾ। ਤਨ ਮੈਂ ਕਾਮ ਕ੍ਰੋਧ ਹਉ ਮਮਤਾ, ਕਠਨ ਪੀਰ ਅਤ ਭਾਰੀ। ਜੇ ਤਨ ਵਿੱਚ ਰੱਬ ਦਾ ਨਾਮ ਨਾ ਹੋਵੇ ਨਾ ਫਿਰ ਪਤਾ ਕੀ ਹੁੰਦਾ ਹੈ, ਫਿਰ ਤਨ ਵਿੱਚ ਦੁੱਖ ਹੁੰਦਾ ਹੈ, ਫਿਰ ਮਨ ਵਿੱਚ ਵੀ ਦੁੱਖ ਹੁੰਦਾ ਹੈ। ਵੈਸੇ ਤੇ ਕਦੇ ਸਾਈਕਾਲੋਜੀ ਕਲੀ ਸਮਝਣਾ ਹੋਵੇ ਤੁਸੀਂ, ਜਿਹਦਾ ਮਨ ਦੁਖੀ ਹੁੰਦਾ ਹੈ ਨਾ
ਉਹਦਾ ਹੀ ਤਨ ਦੁਖੀ ਹੁੰਦਾ। ਜਿਹਦੇ ਮਨ ਵਿੱਚ ਕੋਈ ਦੁੱਖ ਨਹੀਂ ਨਾ, ਜਾਂ ਐਂ ਕਹਿ ਲਓ ਜਿਹੜੇ ਮਨ ਵਿੱਚ ਗੁਰੂ ਦਾ ਸ਼ਬਦ ਵਸ ਗਿਆ, ਉਹਨੂੰ ਫਿਰ ਬੇਨਤੀ ਇਤਿਹਾਸ ਦੀ ਦੁਹਰਾ ਦਿਆਂ, ਉਹਨੂੰ ਦੇਗਿਆਂ ਵਿੱਚ ਉਬਾਲਿਆ ਗਿਆ, ਉਹ ਉਬਲ ਤੇ ਗਿਆ ਆਲੂ ਦੀ ਤਰ੍ਹਾਂ ਭਾਈ ਸਾਹਿਬ ਭਾਈ ਦਿਆਲਾ ਸਾਹਿਬ ਜੀ, ਪਰ ਉਹਨੂੰ ਦੁਖੀ ਨਹੀਂ ਕਰ ਸਕੇ। ਉਹਨੂੰ ਰੂਈ ਵਿੱਚ ਲਪੇਟ ਕੇ ਜਿੰਦਾ ਸ਼ਹੀਦ ਤੇ ਕਰ ਦਿੱਤਾ, ਜਿੰਦਾ ਸਾੜ ਦਿੱਤਾ, ਪਰ ਯਾਦ ਰੱਖਿਓ ਦੁਖੀ ਨਹੀਂ ਕਰ ਸਕੇ। ਕਿਉਂ? ਕਿਉਂਕਿ ਮਨ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਨਾਲ, ਸਾਹਿਬ ਨੇ ਰੱਬੀ ਬਾਣੀ ਅੰਦਰ ਕਿਹਾ ਨਾ, ਤਿੱਥੈ ਨੀਂਦ ਨਾ ਭੁੱਖ ਨਾ ਊਂਘ ਹੈ, ਉਹ ਤੇ ਵਸਦਾ ਹੈ। 10ਵੇਂ ਆਕਾਸ਼ 10ਵੇਂ ਦੁਆਰ ਵਿੱਚ ਭਾਵ ਉਹ ਗਿਆਨ ਕਰਮ 9ਵਾਂ ਇੰਦਰੀਆਂ ਤੋਂ ਉੱਪਰ ਜਿਉਣ ਵਾਲਾ ਹੈ। ਉਹ ਰਸਾਂ ਕਸਾਂ ਵਿੱਚ ਜਿਉਣ ਵਾਲਾ ਨਹੀਂ। ਜਿਹੜਾ ਰਸਾਂ ਕਸਾਂ ਵਿੱਚ ਜਿਉਣ ਵਾਲਾ ਹੈ, ਸਾਹਿਬ ਕਹਿੰਦੇ ਤਨ ਮੈਂ, ਉਹਦੇ ਤਨ ਵਿੱਚ ਕਾਮ ਵੀ ਹੈ, ਕ੍ਰੋਧ ਵੀ ਹੈ, ਹਉਮੈ ਵੀ ਹੈ, ਹਉ ਮਮਤਾ ਵੀ ਹੈ, ਪਕੜ ਵੀ ਹੈ, ਕਠਨ ਪੀਰ ਅਤ ਭਾਰੀ, ਉਹਦੇ ਅੰਦਰ ਬਹੁਤ ਅਤ ਦੀ ਪੀੜ ਹੈ। ਤੇ ਜਿਹੜੀ ਇਹ ਪੀੜ ਹੈ ਉਹਨੂੰ ਦੁਖੀ ਕਰਦੀ ਹੈ। ਤੇ ਜੇ ਕੋਈ ਇਹ ਤੋਂ ਪਾਰ ਉਤਾਰਾ ਕਰਨਾ ਚਾਹੇ, ਗੁਰਮੁਖ ਰਾਮ ਜਪਹੁ ਰਸ ਰਸਨਾ, ਇਨ ਬਿਦ ਤਰ ਤੂੰ ਤਾਰੀ। ਤੇ ਜੇ ਬੰਦਾ ਕੋਈ ਚਾਹਵੇ ਵੀ ਇਹਨੂੰ ਖਤਮ ਕਿਵੇਂ ਕਰਾਂ, ਇੱਕ ਬੇਨਤੀ ਫਿਰ ਸੁਣਿਓ। ਵੇਖੋ ਪਹਿਲੀ ਪੰਕਤੀ ਅੰਦਰ ਸਾਹਿਬ ਨੇ ਖੁਲਾਸਾ ਕੀਤਾ, ਜੇ ਰੱਬ ਦਾ ਨਾਮ ਪੱਲੇ ਨਹੀਂ, ਤਨ ਮੈਂ ਕਾਮ ਕ੍ਰੋਧ ਹਉ ਮਮਤਾ, ਕਠਨ ਪੀਰ ਅਤ ਭਾਰੀ। ਤੇ ਜੇ ਰੱਬ ਦੇ ਨਾਮ ਨਾਲ ਜੁੜੇ, ਇਹ ਤਨ ਤੋਂ ਚੀਜ਼ਾਂ ਦੂਰ ਕਰਨੀਆਂ ਚਾਹੇ, ਤੇ ਫਿਰ ਕੀ ਹੁੰਦਾ ਹੈ? ਰੋਜ਼ ਆਨੰਦ ਸਾਹਿਬ ਦੀ ਪਾਵਨ ਬਾਣੀ ਸੁਣਦੇ ਹੋ, ਕਦੇ ਵਿਸ਼ਵਾਸ ਕਰਿਓ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਤੇ, ਜਿਹਨੇ ਵੀ ਰੱਬੀ ਬਾਣੀ ਸੁਣ ਲਈ, ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਤਿੰਨ ਚੀਜ਼ਾਂ ਨੇ, ਦੁੱਖ ਰੋਗ ਤੇ ਸੰਤਾਪ। ਦੁੱਖ ਦਾ ਤੇ ਸੰਤਾਪ ਦਾ ਸੰਬੰਧ ਹੁੰਦਾ ਮਨ ਨਾਲ, ਰੋਗ ਦਾ ਸੰਬੰਧ ਹੁੰਦਾ ਤਨ ਨਾਲ। ਤੇ ਸਾਹਿਬ ਕਹਿੰਦੇ ਜਿਹਨੇ ਰੱਬ ਦਾ ਨਾਮ ਜਪਿਆ, ਗੁਰਮੁਖ ਰਾਮ ਜਪਹੁ ਰਸ ਰਸਨਾ, ਜਿਹਨੇ ਰਸਨਾ ਨਾਲ ਰੱਬ ਦਾ ਨਾਮ ਜਪਿਆ, ਰਸਨਾ ਇੰਨੀ ਰਸ ਵਿੱਚ ਗੁੱਧੀ ਗਈ, ਇੰਨੀ ਲਿਪਤ ਹੋ ਗਈ, ਇੰਨੀ ਜੁੜ ਗਈ, ਇਨ ਬਿਦ ਤਰ ਤੂੰ ਤਾਰੀ। ਇਸ ਵਿਧੀ ਨਾਲ ਤੂੰ ਸੰਸਾਰ ਸਾਗਰ ਤੋਂ ਪਾਰ ਹੋ ਸਕਦਾ ਹੈ। ਗੁਰੂ ਜੁਗਤੀ ਦੱਸਦਾ ਹੈ ਨਾ, ਗੁਰੂ ਵਿਧ ਦੱਸਦਾ ਹੈ ਨਾ। ਸਤਿਗੁਰੂ ਦੀ ਰੱਬੀ ਬਾਣੀ ਦੇ ਬਚਨ ਆਪ ਜੀ ਪੜ੍ਹਦੇ ਹੋ, ਸੁਣਦੇ ਹੋ ਕਿ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ, ਵਿਚੇ ਹੋਵੇ ਮੁਕਤ ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿੱਚ ਹੈ ਗਤ ਪਾਈ, ਇਨ ਬਿਦ ਤਰ ਤੂੰ ਤਾਰੀ। ਪਰ ਇੱਕ ਬੇਨਤੀ ਬੜੇ ਧਿਆਨ ਨਾਲ ਸੁਣਿਓ ਫਿਰ, ਦੋ ਸ਼ਬਦ ਅੱਜ ਦੁਨੀਆ 'ਚ ਚੱਲ ਰਹੇ ਹੈ। ਅੱਜ ਸਾਡੇ ਧਰਮ ਅੰਦਰ ਇਹ ਗੱਲ ਪ੍ਰਚਲਿਤ ਕਰ ਦਿੱਤੀ ਗਈ। ਦੇਖੋ ਇਹ ਕੋਈ ਛੁਪ ਕੇ ਨਹੀਂ ਬੇਨਤੀ ਕਰ ਰਿਹਾ, ਤੁਹਾਡੇ ਸਾਹਮਣੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਬੈਠ ਕੇ ਬੇਨਤੀ ਹੈ, ਪੂਰੀ ਸਮਗਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਿਓ, ਇੱਕ ਵੀ ਸ਼ਬਦ ਵਿਖਾਇਓ ਵੀ ਜਿੱਥੇ ਧਰਮ ਦੀ ਦੁਨੀਆ 'ਚ ਤਰਕ ਹੋਵੇ। ਅਸੀਂ ਤੇ ਗੱਲ ਕਹਿੰਦੇ ਅੱਜ ਬੜੇ ਮਾਣ ਨਾਲ ਵੀ ਵੇਖੋ ਜੀ ਗੁਰੂ ਨਾਨਕ ਸਾਹਿਬ ਨੇ ਤਰਕ ਕੀਤੇ। ਤਰਕ ਸ਼ਬਦ ਧਰਮ ਦਾ ਸ਼ਬਦ ਨਹੀਂ ਹੈ, ਸਗੋਂ ਜੇ ਤੁਸੀਂ ਇਹ ਸ਼ਬਦ ਨੂੰ ਇੱਕ ਆਪਾਂ ਕਹਿ ਲਈਏ ਗੁਰੂ ਸਾਹਿਬ ਦੀ ਬਾਣੀ ਅੰਦਰ ਇਹ ਤੋਂ ਮਨਾ ਕੀਤਾ ਵੇਖਣਾ, ਤੇ ਭਗਤ ਨਾਮਦੇਵ ਸਾਹਿਬ ਦੀ ਬਾਣੀ ਦਾ ਜਿਹੜਾ ਮੱਧਮ ਮਰਾਠੀ ਵਿੱਚ ਹੈ, ਜਿਹੜਾ ਆਪਾਂ ਕਹੀਏ ਮਿਲਮੀ ਮਰਾਠੀ ਦਾ ਬੋਲ ਹੈ ਨਾ, ਭਾਸ਼ਾ ਦਾ ਬੋਲ ਹੈ, ਬੋਲੀ ਦਾ ਸ਼ਬਦ ਹੈ, ਉਹਦੇ ਵਿੱਚ ਪੜ੍ਹ ਸਕਦੇ ਹੋ, ਤਰਕ ਨਾ ਚਾ ਭ੍ਰਮੀਆਂ ਚਾ। ਵੀ ਜੇ ਤਰਕ ਕਰੇਗਾ ਨਾ ਤੇ ਭਰਮ ਵਿੱਚ ਪੈ ਜਾਏਗਾ। ਤੇ ਅੱਜ ਅਸੀਂ ਮੋਹਰੀ ਤਰਕ ਨੂੰ ਰੱਖਿਆ ਹੋਇਆ। ਤੁਸੀਂ ਕਹੋਗੇ ਤੇ ਦੂਜੀ ਵਾਰੀ ਸ਼ਬਦ ਮਿਲਦਾ ਹੈ ਉਹ ਇਸਲਾਮ ਦੀਆਂ 4 ਅਵਸਥਾ ਵਿੱਚ ਤਰਕ ਤਰੀਕਤ, ਉਹ ਮਿਲਦਾ ਧਰਮ ਦੀ ਅਵਸਥਾ ਲਈ। ਇਸਲਾਮ ਦਾ ਸ਼ਬਦ ਹੈ, ਇਸਲਾਮ ਦੀ ਅਵਸਥਾ ਲਈ ਸ਼ਬਦ ਹੈ, ਪਰ ਤਰਕ ਨਾ ਚਾ ਭ੍ਰਮੀਆਂ ਚਾ। ਤੁਸੀਂ ਕਹੋਗੇ ਫਿਰ ਸਿੱਖੀ ਵਿੱਚ ਕੀ ਹੈ? ਸਿੱਖੀ ਵਿੱਚ ਤਰਕ ਨਹੀਂ ਹੈ, ਸਿੱਖੀ ਵਿੱਚ ਪਰਖ ਹੈ। ਪਰਖ ਉਹ ਕੀ ਸਿਖਾਈ ਹੈ? ਪਰਖ ਹੁੰਦਾ ਸਿਆਣਨਾ, ਕਿਸੇ ਚੀਜ਼ ਦੀ ਪਛਾਣ ਕਰਨੀ। ਉਹਦੇ ਲਈ ਸਾਹਿਬ ਨੇ ਕਿਹਾ ਪਹਿਲਾਂ ਵਸਤ ਸੰਜਾਨਕ ਹੈ ਤਾ ਕੀਚੈ ਵਪਾਰ। ਪਰਖ ਕਰ, ਗੁਰੂ ਨੇ ਪਰਖ ਕਰਨੀ ਸਿਖਾਈ ਹੈ। ਤੇ ਗੁਰੂ ਸਾਹਿਬ ਜੀ ਆਪ ਸੱਚੇ ਪਾਤਸ਼ਾਹ ਨੇ ਸਿੱਖਾਂ ਦੀ ਧਰਮ ਦੀ ਦੁਨੀਆ ਅੰਦਰ ਪਰਖ ਕਰਕੇ ਪੇਪਰ ਕਰ ਕਰਕੇ ਪਾਸ ਕੀਤੇ। ਤੇ ਤੂੰ ਅੱਜ ਪਰਖ ਕਰ ਵੀ ਕਿਸੇ ਅਧੂਰੇ ਨਾਲ ਨਾ ਜੁੜ ਜਾਏ, ਅਧੂਰੀਆਂ ਗੱਲਾਂ ਤੇ ਭਰੋਸਾ ਨਾ ਕਰ ਲੈ। ਪਰਖ ਕਰ, ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ,
गुरु साहिब दे अमृत बाणी नाल ते रब्बी नाम नाल जुड़। तर्क है ना जिहड़ी इहनूं तुसीं पढ़ लिओ, वैसे कदे पढ़ना होवे तां ਜਿਹੜਾ ਬੰਦਾ ਹਰੇਕ ਗੱਲ ਤੇ ਤਰਕ ਕਰੇ, ਨਾਲੇ ਧਰਮ ਨਹੀਂ ਕਹਿ ਰਿਹਾ, ਸਾਇੰਸ ਕਹਿ ਰਹੀ, ਖੁਦ ਮਨੋਵਿਗਿਆਨ ਕਹਿ ਰਿਹਾ, ਤਰਕ ਕਰਨ ਵਾਲੇ ਦੀ ਬੁੱਧੀ ਇੰਨੀ ਤਰਕਵਾਨ ਹੋ ਜਾਂਦੀ ਹੈ, ਇੱਕ ਦਿਨ ਉਹ ਆਪਣੇ ਮਾਤਾ ਪਿਤਾ ਤੇ ਵੀ ਤਰਕ ਕਰਨ ਲੱਗ ਪੈਂਦਾ। ਹੋ ਸਕਦਾ ਕਿਸੇ ਦਿਨ ਉਹ ਕਹਿ ਦੇਵੇ ਵੀ ਬਾਪੂ ਤੂੰ ਮੇਰਾ ਬਾਪੂ ਨਹੀਂ ਹੈ, ਕਿਉਂਕਿ ਮੇਰੇ ਕੋਲੇ ਤਰਕ ਕੋਈ ਨਹੀਂ, ਮੈਂ ਕਿੱਦਾਂ ਮੰਨ ਲਵਾਂ। ਪਰ ਨਹੀਂ ਸਾਧ ਸੰਗਤ ਜੀ, ਕੁਝ ਹੁੰਦੇ ਨੇ ਸ਼ਬਦ ਪ੍ਰਮਾਣ। ਮਾਂ ਨੇ ਸ਼ਬਦ ਕਹਿ ਦਿੱਤਾ ਵੀ ਇਹ ਤੇਰਾ ਪਿਤਾ, ਤੇ ਆਪਾਂ ਹੱਥ ਜੋੜ ਕੇ ਮੰਨ ਲਿਆ, ਇਹਨੂੰ ਕਹਿੰਦੇ ਨੇ ਸ਼ਬਦ ਪ੍ਰਮਾਣ। ਇੱਕ ਹੁੰਦਾ ਪ੍ਰਤੱਖ ਪ੍ਰਮਾਣ, ਇੱਕ ਹੁੰਦਾ ਅਨੁਮਾਨ ਪ੍ਰਮਾਣ। ਅਨੁਮਾਨ ਪ੍ਰਮਾਣ ਹੁੰਦਾ ਨਾ, ਜਿਵੇਂ ਧੁੱਪ ਹੈ, ਗਰਮੀ ਹੈ ਤੇ ਹਵਾ ਠੰਡੀ ਆਉਣ ਲੱਗ ਜਾਏ, ਆਪਾਂ ਕਹਿੰਦੇ ਕਿਤੇ ਮੀਂਹ ਪੈ ਗਿਆ, ਮੀਂਹ ਪੈਂਦਾ ਨਹੀਂ ਵੇਖਿਆ, ਇਹਨੂੰ ਕਹਿੰਦੇ ਅਨੁਮਾਨ ਪ੍ਰਮਾਣ। ਇੱਕ ਹੁੰਦਾ ਪ੍ਰਤੱਖ ਪ੍ਰਮਾਣ, ਪ੍ਰਤੱਖ ਪ੍ਰਮਾਣ। ਇੱਕ ਹੁੰਦਾ ਸ਼ਬਦ ਪ੍ਰਮਾਣ। ਗੁਰੂ ਨੇ ਸ਼ਬਦ ਪ੍ਰਮਾਣ ਦੇ ਦਿੱਤਾ ਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੇ ਸ਼ਬਦ ਪ੍ਰਮਾਣ ਨੂੰ ਸਿੱਖ ਨੇ ਹੱਥ ਜੋੜ ਕੇ ਮੰਨ ਲਿਆ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੋਹੋਂ ਕਢਾਈ ਹੈ ਸ਼ਬਦ ਪ੍ਰਮਾਣ। ਇਸ ਲਈ ਤਰਕ ਨਹੀਂ ਪਰਖ। ਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਇਨ ਬਿਦ ਤਰ ਤੂ ਤਾਰੀ। ਤੇ ਵਿਧੀ ਕਿਹੜੀ ਹੈ? ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਬਵੇਕਾ। ਇਸ ਲਈ ਤਰਕਵਾਨ ਨਹੀਂ, ਤਰਕਸ਼ੀਲ ਨਹੀਂ, ਵਿਵੇਕ ਬੁੱਧੀ ਵਾਲੇ ਬਣੀਏ। ਤੇ ਵਿਵੇਕ ਬੁੱਧੀ ਆਪਣੀ ਅਕਲ ਚੋਂ ਨਹੀਂ ਉਪਜਦੀ। ਸਾਹਿਬ ਅਗਲੀ ਪੰਕਤੀ ਅੰਦਰ ਬਖਸ਼ਿਸ਼ ਕਰਦੇ ਨੇ, ਬਹਿਰੇ ਕਰਨ ਅਕਲ ਭਈ ਹੋਸ਼ੀ, ਸ਼ਬਦ ਸਹਿਜ ਨਹੀਂ ਬੂਝਿਆ। ਬਹਿਰੇ ਦਾ ਅਰਥ ਸਮਝਦੇ ਹੋ ਬੋਲੇ। ਕਹਿੰਦੇ ਤੇਰੇ ਕੰਨ ਵੀ ਗੁਰੂ ਸ਼ਬਦ ਤੋਂ ਬੋਲੇ ਹੋ ਗਏ, ਤੂੰ ਗੁਰੂ ਸ਼ਬਦ ਨੂੰ ਨਹੀਂ ਸੁਣਦਾ, ਤੂੰ ਬੰਦੇ ਦੀ ਗੱਲ ਸੁਣਨੀ ਚਾਹੁੰਦਾ। ਅੱਜ ਤੁਸੀਂ ਵੇਖਦੇ ਹੋ ਸਾਡੀ ਕੌਮ ਦੀ ਹਾਲਤ, ਸਿਆਣੇ ਵੀ ਗੁਰਸਿੱਖ ਪਿਆਰ ਕਰਨ ਵਾਲੀ ਸੰਗਤ ਵੀ ਬਹੁਤ ਹੈ, ਪਰ ਅਸੀਂ ਗੁਰੂ ਸ਼ਬਦ ਦੀ ਗੱਲ ਛੱਡ ਕੇ ਨਾ ਅਸੀਂ ਚਾਹੁੰਦੇ ਵੀ ਕੋਈ ਕਿਸੇ ਦੇ ਚਿੱਕੜ ਸੁੱਟੇ ਤੇ ਅਸੀਂ ਬੜੀ ਵਾਹ ਕਰਦੇ ਵੀ ਫਲਾਣੇ ਨੇ ਬੜੀ ਕਮਾਲ ਕੀਤੀ। ਉਦਾਹਰਨ ਦੇ ਦਿਆਂ ਇੱਕ, ਬੜਾ ਟਾਈਮ ਸੀਮਤ, ਅੱਧੇ ਕੁ ਮਿੰਟ ਸਮਝਿਓ। ਪਿਛਲੇਰੇ ਦਿਨਾਂ 'ਚ ਮੈਨੂੰ ਬੜੀ ਹੈਰਾਨੀ ਹੋਈ, ਇੱਕ ਸ਼ਬਦ ਨੇ ਸੱਜਣ ਨੇ ਅਰਥ ਕੀਤਾ ਵੀ ਵੇਖੋ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਤੁਸੀਂ ਸਿਆਣੇ ਹੋ, ਸੁਖਮਨੀ ਸਾਹਿਬ ਦੀ ਜਿਹੜੀ ਲੜੀਵਾਰ ਕਥਾ ਵਕਫ ਗੁਰਦੁਆਰਾ ਸਾਹਿਬ ਦਿੱਲੀ ਕਮੇਟੀ ਦੇ ਬੜੇ ਹੀ ਸੁਚੱਜੇ ਯਤਨ ਨਾਲ ਹੋ ਰਹੀ ਹੈ। ਜਦੋਂ ਵੀ ਸੁਖਮਨੀ ਸਾਹਿਬ ਦੇ ਅਰਥ ਹੁੰਦੇ ਨੇ ਨਾ, ਰਹਾਉ ਦੀਆਂ ਪੰਕਤੀਆਂ ਤੋਂ ਬਾਹਰ ਨਹੀਂ ਜਾ ਸਕਦੇ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਜਿਹਦਾ ਮਨ ਟਿਕ ਗਿਆ ਉਹ ਸਾਧੂ ਹੈ, ਉਹ ਸੰਤ ਹੈ, ਉਹ ਬ੍ਰਹਮ ਗਿਆਨੀ ਹੈ। ਤੇ ਹਰ ਕਾ ਸੇਵਕ ਹਰਿ ਹੀ ਜਿਹਾ, ਇਹਦੇ ਅਰਥ ਕੀ ਕਰੋਗੇ? ਇਸ ਲਈ ਉੱਥੇ ਰੱਬ ਦੀ ਗੱਲ ਨਹੀਂ ਹੈ, ਬ੍ਰਹਮ ਗਿਆਨੀ ਸਾਧ ਜੀਵ ਹੈ, ਨਹੀਂ ਮਰਤਾ। ਇਹ ਸੱਚ ਹੈ। ਕਿੱਦਾਂ ਸੱਚ ਹੈ? ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ ਸਮਾਂ ਨਹੀਂ। ਅਗਲਾ ਪੁਆਇੰਟ ਸਮਝ ਲਿਓ, ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਵੀ ਨਾ ਤੇ ਪੰਜ ਤੱਤ ਮਰਦੇ ਹੈ ਤੇ ਨਾ ਹੀ ਜੀਵ ਆਤਮਾ ਮਰਦੀ ਹੈ। ਮਰਨਹਾਰ ਇਹੋ ਜੀਅਰਾ ਨਹੀਂ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤੋਂ ਚਲਤ ਪਿਆ, ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਨਹਾਰੇ ਕੀ ਕਵਨ ਟੇਕ। ਤੇ ਕਿਤੇ ਸੱਚੇ ਪਾਤਸ਼ਾਹ ਨੇ ਕਿਹਾ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਪੰਜ ਤੱਤ ਤੱਤਾਂ 'ਚ ਰਲ ਜਾਂਦੇ ਆ। ਗੱਲ ਉਦੋਂ ਬਣਨੀ ਜਦੋਂ ਜੋਤੀ ਜੋਤ ਵਿੱਚ ਰਲ ਗਈ। ਜਿੰਨੀ ਦੇਰ ਜੋਤੀ ਜੋਤ ਵਿੱਚ ਨਹੀਂ ਰਲਦੀ ਸਾਧ ਸੰਗਤ ਜੀ, ਉਨੀ ਦੇਰ ਸਰੀਰਾਂ ਦਾ ਸਫ਼ਰ ਖਤਮ ਨਹੀਂ ਹੋਣਾ। ਆਹ ਬੇਨਤੀ ਕਰਨੀ ਚਾਹੁੰਦਾ। ਇਸ ਲਈ ਬਹਿਰੇ ਕਰਨ ਅਕਲ ਭਈ ਹੋਸ਼ੀ, ਉਹਨਾਂ ਦੀ ਅਕਲ ਹੋਸ਼ੀ ਹੋ ਗਈ ਜਿਹੜੇ ਬਾਣੀ ਨੂੰ ਛੱਡ ਗਏ, ਆਪਣੀ ਅਕਲ ਨਾਲ ਚੱਲ ਗਏ। ਉਹਨਾਂ ਦੀ ਹਾਲਤ ਹੈ ਸ਼ਬਦ ਸਹਿਜ ਨਹੀਂ ਬੂਝਿਆ, ਕਿਉਂਕਿ ਉਹਨਾਂ ਨੇ ਸ਼ਬਦ ਦੀ ਕਮਾਈ ਨਹੀਂ ਕੀਤੀ, ਕੋਈ ਅਭਿਆਸ ਨਹੀਂ ਕੀਤਾ ਤੇ ਸ਼ਬਦ ਦੇ ਸਹਿਜ ਨੂੰ ਸਮਝਿਆ ਨਹੀਂ। ਜਿਨ੍ਹਾਂ ਦੇ ਅੰਦਰ ਸ਼ਬਦ ਟਿਕ ਗਿਆ ਉਹਨਾਂ ਦੀ ਹਾਲਤ ਹੋਰ ਹੈ, ਤੇ ਜਿਨ੍ਹਾਂ ਨੇ ਸ਼ਬਦ ਸਹਿਜ ਨਹੀਂ ਬੂਝਿਆ ਉਹਨਾਂ ਦੀ ਹਾਲਤ ਹੈ ਜਨਮ ਪਦਾਰਥ ਮਨਮੁਖ ਹਾਰਿਆ। ਭਾਈ ਗੁਰਦਾਸ ਜੀ ਕਹਿੰਦੇ ਕੀ ਹੈ, ਜਿਹੜਾ ਐਸਾ ਜੁਆਰੀ ਹੁੰਦਾ ਨਾ ਉਹ ਜਨਮ ਪਦਾਰਥ ਨੂੰ ਹਾਰ ਜਾਂਦਾ। ਜਿਵੇਂ ਆਪਾਂ ਸਮਝਿਆ ਸੀ ਜਿਹਨੇ ਜਨਮ ਪਦਾਰਥ ਹੀ ਹਾਰਤਾ, ਨਾਮ ਪਦਾਰਥ ਗਿਆਨ ਪਦਾਰਥ ਮੁਕਤ ਪਦਾਰਥ ਕਿੱਥੋਂ ਲਏਗਾ? ਜਨਮ ਪਦਾਰਥ ਕੌਣ ਹਾਰਦਾ? ਗੁਰਮੁਖ ਨਹੀਂ ਹਾਰਦਾ, ਮਨਮੁਖ ਹਾਰਿਆ। ਕਿਉਂ ਹਾਰ ਗਿਆ? ਬਿਨ ਗੁਰ ਅੰਧ ਨਾ ਸੂਝਿਆ। ਉਹ ਬਿਨਾਂ ਗੁਰੂ ਤੋਂ ਅੰਧੇ ਰਹਿ ਗਏ, ਬਿਨਾਂ ਗੁਰੂ ਦੀ ਬਾਣੀ ਦੇ ਭਰੋਸੇ ਤੋਂ। ਫਿਰ ਬੇਨਤੀ ਕਰਦੇ ਆ, ਅੱਜ ਬੰਦਾ ਆਪਣੀ ਅਕਲ ਵਿੱਚ ਗੁਰੂ ਦਾ ਸ਼ਬਦ ਲਪੇਟ ਕੇ ਰੱਖ ਰਿਹਾ, ਲਪੇਟ ਕੇ ਨਾ ਗੁਰੂ ਦਾ ਸ਼ਬਦ, ਅਕਲ ਆਪਣੀ ਨਹੀਂ। ਭਾਈ ਆਪਣੀ ਅਕਲ ਛੱਡ,
ਅਕਲ ਨਾਲ ਨਹੀਂ, ਹਿਰਦੇ ਦੇ ਪਿਆਰ ਨਾਲ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤੈਨ ਹੀ ਪ੍ਰਭ ਪਾਇਓ। ਆਪਣੀ ਅਕਲ ਚੱਲਦੀ ਹੈ ਸੰਸਾਰ ਵਿੱਚ, ਤੇ ਕਦੇ ਗੁਰੂ ਦੀ ਅਕਲ ਲੈ ਕੇ ਜਦੋਂ ਰੱਬ ਦੇ ਰਾਹ ਤੇ ਚੱਲੇਗਾ, ਫਿਰ ਗੁਰੂ ਦੀ ਅਕਲ ਇੱਕ ਦਿਨ ਸੰਸਾਰ ਵਿੱਚ ਵੀ ਵਰਤੇਗੀ ਨਹੀਂ। ਕੀ ਹੁੰਦਾ? ਜਨਮ ਪਦਾਰਥ ਮਨਮੁਖ ਹਾਰਿਆ, ਬਿਨ ਗੁਰ ਅੰਧ ਨ ਸੂਝਿਆ। ਤੇ ਹੁਣ ਚੌਥੇ ਬੰਦ ਅੰਦਰ ਕਿਰਪਾ ਕਰਦੇ ਨੇ, ਜਿਹੜਾ ਗੁਰਮੁਖ ਹੋ ਜਾਂਦਾ, ਜਿਹੜਾ ਉਹਦਾ ਅਭਿਆਸ ਕਰਦਾ ਪ੍ਰਾਣੀ ਹਰ ਜਪ, ਉਹਦੇ ਨਾਲ ਇਬਾਦਤ ਉਹਦੀ ਕਰਦਾ ਗੁਰੂ ਸ਼ਬਦ ਨਾਲ ਜੁੜ ਕੇ। ਰਹਿ ਉਦਾਸ ਆਸ ਨਿਰਾਸ਼ਾ, ਸਹਿਜ ਧਿਆਨ ਬੈਰਾਗੀ। ਸੁਣਿਓ, ਰਾਗ ਕਹਿੰਦੇ ਨੇ ਪਕੜ ਨੂੰ ਤੇ ਪ੍ਰੇਮ ਨੂੰ। ਰਾਗ ਕਹਿੰਦੇ ਨੇ ਪਕੜ ਨੂੰ। ਬੈਰਾਗ ਦਾ ਅਰਥ ਹੁੰਦਾ ਪਕੜ ਤੋਂ ਰਹਿਤ ਹੋ ਜਾਣਾ, ਡੀ ਅਟੈਚਮੈਂਟ। ਅਟੈਚਮੈਂਟ ਖਤਮ ਹੋ ਗਈ, ਪਕੜ ਖਤਮ ਹੋ ਗਈ। ਜਿਹੜਾ ਗੁਰੂ ਸ਼ਬਦ ਨਾਲ ਜੁੜ ਜਾਂਦਾ ਨਾ, ਪ੍ਰਭ ਕੀ, ਜਿਹੜੇ ਸਤਿਗੁਰੂ ਦੇ ਬਚਨ ਨਾਲ ਜੁੜ ਜਾਂਦੇ ਨੇ, ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ, ਸੋ ਕਹਾਵੈ ਵਾਲੀ ਅਵਸਥਾ ਹੋ ਜਾਂਦੀ ਹੈ। ਉਹ ਉਦਾਸੀ ਹੋ ਜਾਂਦੇ ਨੇ। ਸਾਨੂੰ ਉਦਾਸੀ ਸ਼ਬਦ ਤੋਂ ਵੀ ਨਫ਼ਰਤ ਹੈ, ਸਾਨੂੰ ਸੰਤ ਸ਼ਬਦ ਤੋਂ ਵੀ ਨਫ਼ਰਤ ਹੈ, ਮਹਾਤਮਾ ਸ਼ਬਦ ਤੋਂ ਵੀ ਨਫ਼ਰਤ ਹੈ। ਜਿਹਦੀ ਆਤਮਾ ਮਹਾਨ ਹੋ ਜਾਏ ਉਹਨੂੰ ਕਹਿੰਦੇ ਮਹਾਨ ਆਤਮਾ ਮਹਾਤਮਾ। ਜਿਹੜਾ ਆਪਣੇ ਵਿੱਚ ਆਸਨ ਕਰ ਲਵੇ, ਆਪਣੇ ਵਿੱਚ ਸਮਾ ਜਾਏ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਉਦ ਆਸਣ ਜਿਹੜਾ ਹੋ ਜਾਏ ਉਹਨੂੰ ਕਹਿੰਦੇ ਉਦਾਸੀ। ਸ਼ਬਦਾਂ ਦੇ ਕਦੇ ਅਰਥ ਡੰਗਾਈ ਵਿੱਚ ਜਾ ਕੇ ਵੇਖਿਓ। ਜਿਹੜਾ ਗੁਰੂ ਸ਼ਬਦ ਨਾਲ ਜੁੜਿਆ, ਰਹਿ ਉਦਾਸ, ਉਹ ਹੁਣ ਆਪਣੇ ਅੰਦਰ ਟਿਕ ਗਿਆ। ਆਸ ਨਿਰਾਸ਼ਾ, ਨਾ ਤੇ ਉਹਨੂੰ ਕੋਈ ਆਸਾ ਹੈ ਤੇ ਨਾ ਕੁਝ ਹੋ ਜਾਏ ਉਹਨੂੰ ਨਿਰਾਸ਼ਾ ਹੈ। ਉਹ ਭਾਣੇ ਵਿੱਚ ਰਹਿਣਾ ਸਿੱਖ ਗਿਆ। ਉਹ ਕਹਿੰਦਾ ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਉਹਨੂੰ ਕਹਿੰਦੇ ਨੇ ਅਸਲ ਵਿੱਚ ਉਦ ਆਸਨ ਰਹਿ ਉਦਾਸ ਆਸ ਨਿਰਾਸ਼ਾ, ਸਹਿਜ ਧਿਆਨ ਬੈਰਾਗੀ। ਉਹਦਾ ਧਿਆਨ ਸਹਿਜ ਵਿੱਚ ਟਿਕ ਗਿਆ, ਉਹ ਪਕੜ ਤੋਂ ਮੁਕਤ ਹੋ ਗਿਆ, ਉਹ ਜੀਵਨ ਮੁਕਤ ਹੋ ਗਿਆ। ਪ੍ਰਣਵਤ ਨਾਨਕ ਗੁਰਮੁਖ ਛੂਟਸ। ਸਾਹਿਬ ਸੱਚੇ ਪਾਤਸ਼ਾਹ ਜੀ ਬੇਨਤੀ ਕਰਕੇ ਉਪਦੇਸ਼ ਦੇ ਕੇ ਸਮਝਾਉਣਾ ਕਰਦੇ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਮਿਹਰ ਅਮਤ ਕਰਦੇ ਹਨ। ਗੁਰਮੁਖ ਜਿਹੜੇ ਗੁਰੂ ਦੀ ਸਿੱਖਿਆ ਦੁਆਰਾ ਚੱਲਦੇ ਨੇ, ਛੂਟਸ, ਉਹ ਇਸ ਸੰਸਾਰ ਵਿੱਚੋਂ ਛੁੱਟ ਜਾਂਦੇ ਨੇ। ਕਿੱਦਾਂ ਪਾਰ ਉਤਾਰਾ ਹੁੰਦਾ? ਰਾਮ ਨਾਮ ਲਿਵ ਲਾਗੀ। ਪਰਮਾਤਮਾ ਦੇ ਨਾਮ ਵਿੱਚ ਲਿਵ ਲੱਗਣ ਦਾ ਅਰਥ ਹੁੰਦਾ, ਬੜੀ ਵਾਰ ਬੇਨਤੀ ਕੀਤੀ ਹੈ, ਧਿਆਨ ਦਾ ਲਗਾਤਾਰ ਜੁੜ ਜਾਣਾ। ਹੁਣ ਤੇ ਕਦੇ ਧਿਆਨ ਜੁੜ ਵੀ ਜਾਂਦਾ ਹੈ, ਕਦੇ ਟੁੱਟ ਵੀ ਜਾਂਦਾ ਹੈ। ਕੋਈ ਗੱਲ ਨਹੀਂ, ਚੱਲਦਿਆਂ ਖੇਡ ਬਣਦੀ ਹੈ। ਪਰ ਜਿਹੜੇ ਗੁਰਮੁਖ ਹੁੰਦੇ ਨੇ, ਜਿਹੜੇ ਉਹਦੀ ਇਬਾਦਤ ਕਰਦੇ ਨੇ, ਉਹਨਾਂ ਦਾ ਧਿਆਨ ਲਗਾਤਾਰ ਜੁੜ ਜਾਂਦਾ। ਤੇ ਨਿਸ਼ਾਨਾ ਵੀ ਇਹੀ ਹੈ ਨਾ, ਟੁੱਟ ਗਈ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤੇ ਗੁਰੂ ਸ਼ਬਦ ਨਾਲ ਜੁੜਦੇ ਆ ਨਾਮ ਬਾਣੀ ਦਾ ਅਭਿਆਸ ਕਰਦੇ ਆ ਵਾਹਿਗੁਰੂ ਵਾਹਿਗੁਰੂ ਜਪਦੇ ਆ ਇੱਕ ਦਿਨ ਇਹ ਧਿਆਨ ਜੁੜ ਜਾਏਗਾ। ਤੇ ਜਿੱਦੇ ਜੁੜ ਗਿਆ, ਸਾਹਿਬ ਕਹਿੰਦੇ ਪ੍ਰਣਵਤ ਨਾਨਕ ਗੁਰਮੁਖ ਛੂਟਸ ਰਾਮ ਨਾਮ ਲਿਵ ਲਾਗੀ। ਇਸ ਲਈ ਪਿਆਰਿਓ, ਪ੍ਰਾਨੀ ਹਰ ਜਪ, ਜਨਮ ਗਇਓ ਜਨਮ ਚਲਾ ਨਾ ਜਾਏ। ਬੰਦੇ ਦੀ ਨਾ ਸੁਣੋ, ਨਾਮ ਬਾਣੀ ਦੇ ਅਭਿਆਸੀ ਹੋਵੋ, ਸਤ ਸੰਗੀ ਹੋਵੋ, ਗੁਰੂ ਦੇ ਚਰਨਾਂ ਤੇ ਭਰੋਸਾ ਕਰੋ। ਭਰੋਸੇ ਵਿੱਚੋਂ ਸ਼ਰਧਾ ਨਿਕਲਦੀ ਕਦੇ ਬੇਨਤੀ ਕਰਾਂਗੇ, ਸ਼ਰਧਾ ਚੋਂ ਭਰੋਸਾ ਨਹੀਂ। ਇੰਨੀਆਂ ਬੇਨਤੀਆਂ ਅੱਜ ਪ੍ਰਵਾਨ ਕਰ ਲੈਣੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਮਿਹਰ ਅਮਤ ਕਰਨ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਿਹਰ ਅਮਤ ਕਰਨ। ਸਭ ਦੀਆਂ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਦਾਸ ਦੀਆਂ ਸਮਝ ਕੇ ਛੱਡ ਦੇਣੀਆਂ। ਬਚਨ ਸਾਹਿਬ ਦੇ ਜਾਣ ਕੇ ਹਿਰਦਿਆਂ ਤੇ ਵਸਾ ਲਏ ਨੇ। ਸਮੁੱਚੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰੰਭੇ ਹੋਏ ਯਤਨਾਂ ਨੂੰ ਸਤਿਗੁਰੂ ਬਖਸ਼ਿਸ਼ ਕਰਕੇ ਨੇਪਰੇ ਚੜਾਉਣ। ਧਰਮ ਪ੍ਰਚਾਰ ਕਮੇਟੀ ਚੇਅਰਮੈਨ ਸਾਹਿਬ, ਤਿਨਾਂ ਦਾ ਧੰਨਵਾਦ। ਗੁਰੂ ਕੇ ਵਜ਼ੀਰ ਸਿੰਘ ਸਾਹਿਬਾਨ, ਆਪ ਸਾਧ ਸੰਗਤ ਸਭ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫੀ ਦਿੰਦਿਆਂ ਅਸੀਸਾਂ ਦੇਣੀਆਂ। ਦੇਹੋ ਸਜਨ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਅਦਬ ਸਹਿਤ ਗੁਰੂ ਬਖਸ਼ੀ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।